ਸਤਨਾਮ 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 ਜੀ। ਵਾਹਿਗੁਰੂ 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 ਜੀ। 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 ਸਤਨਾਮ 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 ਜੀ। ਵਾਹਿਗੁਰੂ ਸਤਨਾਮ ਸਤਨਾਮ ਜੀ। ਸਤਨਾਮ 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 ਜੀ। ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਜੀਓ, ਆਓ ਸਭ ਮਾਈ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ, ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋ ਰਹੀ ਹੈ। ਸ਼ਿਵ ਸਲਾਹ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਸਾਰੀਆਂ ਸੰਗਤਾਂ ਅੰਮ੍ਰਿਤ ਵੇਲਾ ਸੰਭਾਲ ਰਹੀਆਂ ਨੇ। ਇਸ ਪਾਵਨ ਸਥਾਨ ਤੇ ਇਸ ਵਾਰ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 2 ਦਿਨ ਦੇ ਸਾਲਾਨਾ ਮਹਾਨ ਗੁਰਮਤਿ ਸਮਾਗਮ ਰੱਖੇ, ਜਿਨ੍ਹਾਂ ਸਮਾਗਮਾਂ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਗੱਦੀ ਦਿਵਸ, ਪਿਆਰੇ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਅਤੇ ਮਹਾਂਪੁਰਸ਼ਾਂ ਦੇ ਜੀਵਨ ਸਾਥੀ ਸਤਿਕਾਰਯੋਗ ਬੀਜੀ, ਉਹਨਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਜਾ ਰਹੀ ਹੈ। ਇਸ ਦੇ ਨਾਲ ਹੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਕੱਲ੍ਹ 2 ਨਵੰਬਰ ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਉਸ ਪਵਿੱਤਰ ਦਿਹਾੜੇ ਨੂੰ, ਪ੍ਰਕਾਸ਼ ਦਿਹਾੜੇ ਨੂੰ ਵੀ ਆਪਾਂ ਨਮਸਕਾਰ ਕਰਨੀ ਹੈ। ਅੱਜ ਅੰਮ੍ਰਿਤ ਵੇਲੇ ਸਿਮਰਨ ਅਤੇ ਨਿਤਨੇਮ ਤੋਂ ਬਾਅਦ ਸਾਰੀਆਂ ਸੰਗਤਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਸਾ ਜੀ ਦੇ ਵਾਰ ਦੇ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕੀਤੇ ਹਨ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਦਾ ਰਾਗੀ ਜਥਾ, ਜਿਨ੍ਹਾਂ ਨੇ ਬੜੇ ਰਸ ਭਿੰਨੇ ਕੀਰਤਨ ਸਾਰੀਆਂ ਸੰਗਤਾਂ ਨੂੰ ਸਰਵਣ ਕਰਾਏ ਹਨ। ਕੱਲ੍ਹ ਜੋ 31 ਅਕਤੂਬਰ ਨਿਕਲ ਚੁੱਕਾ ਹੈ, ਜਿੱਥੇ ਹੋਰ ਮਹਾਂਪੁਰਸ਼ ਵਿਦਵਾਨ ਤੇ ਜਥੇ ਆਏ, ਉੱਥੇ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ, ਉਹਨਾਂ 'ਤੇ ਵੀ ਸਤਿਗੁਰ ਦੀ ਮਿਹਰ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜੂਰੀ ਰਾਗੀ ਹਨ, ਉਹਨਾਂ ਨੇ ਵੀ ਸੰਗਤਾਂ ਨੂੰ ਨਿਹਾਲ ਕੀਤਾ ਸੀ। ਸੋ ਸਾਰੀਆਂ ਸੰਗਤਾਂ ਅੰਮ੍ਰਿਤ ਵੇਲਾ ਸੰਭਾਲਦੀਆਂ ਹੋਈਆਂ ਗੁਰੂ ਸ਼ਬਦ ਨਾਲ ਜੁੜੀਆਂ ਹਨ। 84 ਲੱਖ ਜੂਨ ਦੇ ਅੰਦਰ ਮਨੁੱਖ ਜਨਮ ਅੰਮ੍ਰਿਤ ਵੇਲਾ ਹੈ। ਇਸ ਮਨੁੱਖ ਜਨਮ ਬਾਰੇ ਮੇਰੇ ਸਾਹਿਬ ਫਰਮਾਨ ਕਰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਹੈ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸ ਦੇਹ ਨੂੰ ਦੇਵਤੇ ਵੀ ਲੋਚਦੇ ਹੈ, ਕਿਉਂਕਿ ਉਹਨਾਂ ਕੋਲ ਅਬਨਾਸ਼ੀ ਸੁਖ ਨਹੀਂ। ਇਸ ਕਰਕੇ ਉਹਨਾਂ ਨੂੰ ਉਸ ਅੰਮ੍ਰਿਤ ਦੀ ਪ੍ਰਾਪਤੀ ਨਹੀਂ
ਜਿਸ ਬਾਰੇ ਸਹਿਬ ਫਰਮਾਨ ਕਰਦੇ ਨੇ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਤੇ ਉਸ ਅੰਮ੍ਰਿਤ ਦੀ ਬਖਸ਼ਿਸ਼ ਸਮਰੱਥ ਗੁਰੂ ਤੋਂ ਹੀ ਹੁੰਦੀ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਉਹ ਅੰਮ੍ਰਿਤ ਹੋਰ ਕਿਤੋਂ ਪ੍ਰਾਪਤ ਨਹੀਂ ਹੁੰਦਾ, ਤੇ ਮਨੁੱਖ ਜਨਮ ਵਿੱਚ ਹੀ ਸਮਰੱਥ ਗੁਰੂ ਦੇ ਲੜ ਲੱਗ ਕੇ ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰਕੇ ਉਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸੋ ਮਨੁੱਖ ਜਨਮ ਅੰਮ੍ਰਿਤ ਵੇਲਾ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ, ਉਹ ਵੀ ਅੰਮ੍ਰਿਤ ਵੇਲਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਜੋ ਮਰਜ਼ਾਦਾ ਹੈ, ਉਹ ਹੈ ਪੀਓ ਪੌਲ ਖੰਡ ਧਾਰ ਹੋਏ ਜਨਮ ਸਹੇਲਾ। ਜਿਸ ਨੇ ਗੁਰਸਿੱਖੀ ਵਿੱਚ ਆਉਣਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਪੰਜਾਂ ਪਿਆਰਿਆਂ ਤੋਂ ਖੰਡੇ ਬੜ ਦਾ ਅੰਮ੍ਰਿਤ ਛਕ ਕੇ ਨਾਮ ਦੀ ਦਾਤ ਲਵੇ, ਗੁਰਮੰਤਰ ਦੀ ਦਾਤ ਲਵੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 1699 ਦੀ ਵਿਸਾਖੀ ਤੋਂ ਪਹਿਲਾਂ ਜੋ ਮਰਜ਼ਾਦਾ ਸੀ, ਉਹ ਚਰਨਾਮਤ ਦੇ ਕੇ ਨਾਮ ਦਿੱਤਾ ਜਾਂਦਾ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਨੂੰ ਮੁੱਖ ਰੱਖ ਕੇ ਇਹ ਵੱਡੀ ਬਖਸ਼ਿਸ਼ ਕੀਤੀ ਹੈ ਕਿ ਪੰਜ ਪਿਆਰਿਆਂ ਦੇ ਰਾਹੀਂ ਅੰਮ੍ਰਿਤ ਦੀ ਨਾਮ ਦੀ ਦਾਤ ਮਿਲਦੀ ਹੈ। ਉਹ ਹੀ ਅੰਮ੍ਰਿਤ ਵੇਲਾ ਹੈ। ਫਿਰ ਜੋ ਗੁਰਮੰਤਰ ਦੀ ਨਾਮ ਦੀ ਬਖਸ਼ਿਸ਼ ਹੁੰਦੀ ਹੈ, ਉਹਦੀ ਕਮਾਈ ਕਰਨੀ ਹੈ, ਤੇ ਉਹਦੇ ਵਾਸਤੇ ਫਿਰ ਅੰਮ੍ਰਿਤ ਵੇਲਾ ਸੰਭਾਲਣਾ, ਅੰਮ੍ਰਿਤ ਵੇਲੇ ਉੱਠਣਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਅੱਜ ਮਨਾਇਆ ਜਾ ਰਿਹਾ ਇਸ ਸਥਾਨ ਤੇ। ਧੰਨ ਗੁਰੂ ਰਾਮਦਾਸ ਮਹਾਰਾਜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੁ ਅਤੋਲ ਤੂੰ ਅੰਤ ਨਾ ਪਾਰਾ ਵਾਰਿਆ। ਅਟਲ ਅਥਾਹ ਅਡੋਲ ਤੂੰ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ ਸਚ ਤੇਰਾ ਪੈਸਕਾਰਿਆ। ਨਾਨਕ ਤੂੰ ਲੈਣਾ ਤੂੰ ਹੈ। ਦੇਖੋ, ਵੈਸੇ ਅਸੀਂ ਆਮ ਵਿਚਾਰ ਕਰਨੇ ਆ ਜਾਂ ਸੁਣਨੇ ਆ ਵੀ 10 ਗੁਰੂ ਸਾਹਿਬਾਨ, ਗੁਰੂ ਇੱਕੋ ਹੀ ਹੈ। 10 ਸਰੂਪ ਧਾਰਨ ਕੀਤੇ ਸਮਰੱਥ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ। ਆਪ ਨਰੈਣ ਕਲਾ ਧਰ ਜਗ ਮੈਂ ਪ੍ਰਵਰਿਆ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ ਤੇ ਤਨਾਸਰੀ ਮਹੱਲਾ ਪਹਿਲਾ ਜਾਂ ਸੋਠ ਮਹੱਲਾ ਪੰਜਵਾਂ, ਮਹੱਲਾ ਨੌਵਾਂ, ਮਹੱਲਾ ਦੂਜਾ, ਕੋਈ ਵੀ ਰਾਗ ਦੇ ਵਿੱਚ ਬਾਣੀ ਹੈ, ਸਤਿਗੁਰ ਦੀ ਬਾਣੀ ਹੈ, ਤੇ ਜਦ ਅਸੀਂ ਬਾਣੀ ਪੜ੍ਹਦੇ ਹਾਂ ਤੇ ਜਿਵੇਂ
ਸੋਰਠ ਮਹੱਲਾ ਪੰਜਵਾਂ। ਇਸੇ ਤਰ੍ਹਾਂ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ। ਮਹੱਲਾ ਦਾ ਅਰਥ ਹੈ ਸਰੂਪ। ਕਈ ਗੁਰਮੁਖ ਪਿਆਰੇ ਮਹਿਲਾ ਵੀ ਉਚਾਰਨ ਕਰਦੇ ਪੜ੍ਹਦੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਈ ਜਗ੍ਹਾ ਇਹ ਸਾਡਾ ਭੁਲੇਖਾ ਦੂਰ ਕੀਤਾ। ਅੱਖਰਾਂ ਵਿੱਚ ਲਿਖਿਆ ਦੂਜਾ ਤੀਜਾ, ਮਹਿਲਾ ਦੂਜੀ ਤੀਜੀ ਨਹੀਂ ਲਿਖਿਆ। ਮਹੱਲਾ ਸਰੂਪ ਹੈ, ਭਾਵ ਗੁਰੂ ਇੱਕੋ ਹੀ ਹੈ ਤੇ ਸਤਿਗੁਰੂ ਦਾ ਸਰੂਪ ਹੈ ਪਹਿਲਾ, ਦੂਸਰਾ, ਤੀਸਰਾ, ਚੌਥਾ, ਪੰਜਵਾਂ, ਨੌਵਾਂ। ਉਹੀ ਸਤਿਗੁਰੂ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਅੱਜ ਸਤਿਗੁਰੂ ਜਲਦੇ ਬਲਦੇ ਸੰਸਾਰ ਨੂੰ ਰੱਖ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹੀ ਗੁਰੂ ਜੋਤ। ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ, ਗੁਰ ਡਿਠਾ ਤਾਂ ਮਨ ਸਦਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਜਿੱਥੇ ਹੋਰ ਅਨੇਕ ਬਖਸ਼ਾਂ ਕਰਦੇ ਹਨ, ਵੈਸੇ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਗੁਰੂ ਇੱਕੋ ਹੀ ਹੈ, ਪਰ ਸਾਡੇ ਅੰਦਰ ਕੁਝ ਐਸੇ ਵਿਚਾਰ ਹਨ। ਅਸੀਂ ਜਦੋਂ ਹਜ਼ੂਰ ਸਾਹਿਬ ਜਾਵਾਂਗੇ ਤੇ ਸਾਡੀ ਰਸਨਾ ਤੋਂ ਨਿਕਲਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਕਲਗੀਆਂ ਵਾਲਾ ਪਾਤਸ਼ਾਹ। ਪਟਨਾ ਸਾਹਿਬ ਜਾਵਾਂਗੇ ਧੰਨ ਗੁਰੂ ਦਸਵੇਂ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਨਨਕਾਣਾ ਸਾਹਿਬ ਦੇ ਦਰਸ਼ਨ ਕਰੋਗੇ, ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋਗੇ, ਧੰਨ ਗੁਰੂ ਨਾਨਕ ਸਾਹਿਬ। ਖੰਡੂਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ। ਤੇ ਹਰਿਮੰਦਰ ਸਾਹਿਬ ਜਾ ਰਹੇ ਹਾਂ ਤੇ ਸਭ ਦੀ ਰਸਨਾ ਤੋਂ ਧੰਨ ਗੁਰੂ ਰਾਮਦਾਸ। ਇੱਥੇ ਦੋ ਵਿਚਾਰਾਂ ਹਨ। ਇੱਕ ਤੇ ਇਹ ਹੈ ਕਿ ਇੱਕ ਖਿਆਲ ਹੈ ਕਿ ਜਿਵੇਂ ਇੱਥੇ ਧੰਨ ਗੁਰੂ ਰਾਮਦਾਸ ਜੀ ਹਨ, ਹਜ਼ੂਰ ਸਾਹਿਬ ਦਸਵੇਂ ਪਾਤਸ਼ਾਹ ਮਹਾਰਾਜ ਜੀ ਹਨ, ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ, ਖੰਡੂਰ ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ, ਗੋਂਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਨੇ, ਕੁਛ ਐਸੇ ਖਿਆਲ। ਦੂਸਰੀ ਵਿਚਾਰ ਹੈ ਜਿਹੜੇ ਗੁਰਮੁਖ ਜਨ ਹਨ, ਉਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਨਮਸਕਾਰ ਕਰਦੇ ਆ, ਸਾਹਮਣੇ ਇੱਕੋ ਹੀ ਗੁਰੂ ਹੈ ਵੀ ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਇੱਥੇ ਤੁਸੀਂ ਗੁਰੂ ਰਾਮਦਾਸ ਦੇ ਰੂਪ ਵਿੱਚ ਬਖਸ਼ਾਂ ਕੀਤੀਆਂ ਨੇ। ਗੁਰੂ ਨਾਨਕ ਸਾਹਿਬ ਖਡੂਰ ਸਾਹਿਬ ਵਿੱਚ ਆਏ ਆ, ਇੱਥੇ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਸਰੂਪ ਵਿੱਚ ਬਖਸ਼ਾਂ ਕੀਤੀਆਂ ਨੇ। ਇੱਥੇ ਗੋਂਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੇ ਰੂਪ ਵਿੱਚ ਬਖਸ਼ਾਂ ਕੀਤੀਆਂ, ਆਪਣਾ ਨਾਂ ਤੁਸੀਂ ਗੁਰੂ ਅਮਰਦਾਸ ਰਖਾ ਲਿਆ। ਇੱਥੇ ਤੁਸੀਂ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਆਪਣਾ ਨਾਮ ਰਖਾ ਕੇ ਬਖਸ਼ਾਂ ਕਰ ਰਹੇ ਹੋ। ਉੱਥੇ ਅਸੀਂ ਅਲੱਗ ਅਲੱਗ ਨਹੀਂ ਸਮਝਦੇ ਜਿਹੜੇ ਗੁਰਮੁਖ ਜਨ ਹਨ, ਇੱਕੋ ਹੀ ਗੁਰੂ ਹੈ। ਤੇ ਮਹਾਂਪੁਰਸ਼ਾਂ ਦਾ ਬਚਨ ਹੈ ਪ੍ਰੇਮੀਓ, ਸਭ ਤੋਂ ਭੋਲਾ ਰੱਬ ਹੈ। ਧਿਆਨ ਦੇਣਾ ਹੈ, ਕਿਉਂਕਿ ਆਪਾਂ ਮਹਾਂਪੁਰਸ਼ਾਂ ਦੀ ਯਾਦ ਮਨਾ ਰਹੇ ਹਾਂ। ਸਭ ਤੋਂ ਭੋਲਾ ਰੱਬ ਹੈ। ਦੇਖੋ ਇਹ ਦੁਨੀਆ ਚਲਾ ਕੇ ਨਾ ਤੇ ਉਸ ਭੋਲੇ ਰੱਬ ਦੀਆਂ ਬਖਸ਼ਾਂ ਕਰਨ ਵਾਸਤੇ ਆਪਣੀਆਂ ਚਲਾਕੀਆਂ ਖਤਮ ਕਰਨੀਆਂ ਪੈਣੀਆਂ। ਆ ਥੋੜੇ ਦਿਨ ਹੋਏ ਦਾਸ ਦੇ ਕੋਲ ਸਰਦਾਰ ਜਰਨੈਲ ਸਿੰਘ ਜੀ ਚਾਹਲ ਡੀਜੀਪੀ ਰਹੇ ਨੇ, ਮਹਾਂਪੁਰਸ਼ਾਂ ਦੇ ਕੋਲ ਆਇਆ ਕਰਦੇ ਸਨ ਤੇ ਥੋੜੇ ਦਿਨ ਹੋਏ ਮਿਲਣ ਆਏ। ਤੇ ਉਹਨਾਂ ਦਾ ਜਿਹੜਾ ਭਰੋਸਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਤੇ ਉਹਨਾਂ ਨੇ ਜਿਹੜੀ ਸਰਬਤ ਛੱਡੀ, ਇੱਕ ਪਿਆਰ ਸੰਨ 4 ਵਿੱਚ 4 ਤਰੀਕ ਵੀ 4, ਮਹੀਨਾ ਵੀ ਚੌਥਾ, ਸੰਨ ਵੀ 4।
ਇੱਕ ਖਿਆਲ। ਤੇ ਬਚਨ ਕਰਦਿਆਂ ਕਰਦਿਆਂ ਕਹਿੰਦੇ ਵੀ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਨਮਸਕਾਰ ਕਰਦਿਆਂ ਕਹਿੰਦਾ, ਹੈ ਗੁਰੂ ਰਾਮਦਾਸ ਆਪ ਜੀ ਤਾਂ ਬੜੇ ਭੋਲੇ ਹੈ। ਉਸ ਤੇ ਸਮਰੱਥ ਸਤਿਗੁਰੂ ਨੇ ਭਾਵ ਗੁਣ ਅਵਗਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਸਮਰੱਥ ਸਤਿਗੁਰੂ ਇੱਕੋ ਹੀ ਗੁਰੂ ਹੈ। ਤੇ ਮਹਾਂਪੁਰਸ਼ਾਂ ਦਾ ਬਚਨ ਹੈ, ਭਾਈ ਸਭ ਤੋਂ ਭੋਲਾ ਰੱਬ ਹੈ। ਤੇ ਫਿਰ ਉਸ ਮਾਲ ਦੀਆਂ ਬਖਸ਼ਾਂ ਪ੍ਰਾਪਤ ਕਰਨ ਵਾਸਤੇ ਚਲਾਕੀਆਂ ਛੱਡਣੀਆਂ ਪੈਣੀਆਂ। ਉਹ ਗੁਰੂ ਪਰਮੇਸ਼ਰ ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ। ਤੇ ਗੁਰੂ ਨਾਨਕ ਸਾਹਿਬ ਫਿਰ ਧੰਨ ਗੁਰੂ ਰਾਮਦਾਸ ਦੇ ਸਰੂਪ ਵਿੱਚ ਵਿਚਰੇ। ਤੇ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਦੇ ਸਰੂਪ ਵਿੱਚ ਸਾਨੂੰ ਹੁਕਮ ਕਰ ਰਹੇ ਨੇ, ਬਖਸ਼ਾਂ ਕਰ ਰਹੇ ਨੇ ਅੰਮ੍ਰਿਤ ਵੇਲੇ ਬਾਰੇ, ਜਿੱਥੇ ਹੋਰ ਅਨੇਕ ਬਖਸ਼ਾਂ ਕੀਤੀਆਂ ਹਨ। ਸਾਹਿਬ ਕਹਿੰਦੇ, ਗੁਰ ਸਤ ਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰਿ ਨਾਮ ਧਿਆਵੈ। ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਬਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਨਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਗੁਰਸਿੱਖ ਉਹ ਜਿਹੜਾ ਅੰਮ੍ਰਿਤ ਵੇਲਾ ਸੰਭਾਲੇ। ਤੇ ਜਦੋਂ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ, ਸਿਮਰਨ ਕਰਦਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਉਹ ਅੰਮ੍ਰਿਤ ਵੇਲਾ। ਤੇ ਪਿਆਰਿਓ ਫਿਰ ਸਹਿਜੇ ਸਹਿਜੇ ਸਾਰਾ ਸਮਾਂ ਹੀ ਅੰਮ੍ਰਿਤ ਵੇਲਾ ਬਣ ਜਾਂਦਾ ਹੈ। 24 ਘੰਟੇ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਬਹੁਤ ਪ੍ਰੇਮੀਆਂ ਦਾ ਐਸਾ ਵਿਚਾਰ ਹੈ, ਖਿਆਲ ਹੈ ਵੀ ਜੇ ਸੁਖਮਨੀ ਸਾਹਿਬ ਜੀ ਦਾ ਸਵੇਰੇ ਇੱਕ ਪਾਠ ਕਰ ਲਈਏ ਤੇ 24 ਘੰਟਿਆਂ ਦੇ ਸਵਾਸ ਜਿਹੜੇ ਆ ਨਾ ਉਹ ਸਫਲੇ ਹੋ ਜਾਂਦੇ ਆ। ਉਹ ਬਚਨ ਤੇ ਮਹਾਂਪੁਰਸ਼ ਵੀ ਕਰਦੇ, ਪਰ ਜੋ ਨਾਲ ਉਹ ਬਚਨ ਕਰਦੇ ਉਹ ਨਹੀਂ ਅਸੀਂ ਫੜਦੇ। ਧਿਆਨ ਨਾਲ ਬੇਨਤੀ ਸਰਵਣ ਕਰਨੀ ਜੀ। ਕੀ ਅਸੀਂ ਨਿਤਨੇਮ ਕੀਤਾ, ਸਿਮਰਨ ਕੀਤਾ, ਜਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹੀ ਹੈ ਤੇ ਹੁਣ 24 ਘੰਟਿਆਂ ਦੇ ਸਵਾਸ ਸਫਲੇ ਹੋ ਗਏ ਆ, ਤੇ ਜੋ ਮਰਜ਼ੀ ਝੂਠ ਬੋਲੀ ਜਾਈਏ, ਜੋ ਮਰਜ਼ੀ ਠੱਗੀ ਕਰੀ ਜਾਈਏ, 24 ਘੰਟੇ ਸਵਾਸਾਂ ਤੇ ਮੋਹਰ ਲੱਗ ਗਈ, ਹੁਣ ਕੱਲ ਨੂੰ ਫੇਰ ਆਪਾਂ ਕਰ ਲੈਣਾ ਪਾਠ। ਕਿਤੇ ਲਿਖਿਆ ਹੈ? ਕਿਸੇ ਇਸ ਭੁਲੇਖੇ ਵਿੱਚ ਨਾ ਰਹੀਏ ਵੀ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲਈ ਹੈ ਤੇ 24 ਘੰਟਿਆਂ ਦੇ ਸਵਾਸ ਸਫਲੇ ਹੋ ਗਏ। ਪਿਆਰਿਓ, ਜੇ ਮਨ ਚਿੱਤ ਇਕਾਗਰ ਕਰਕੇ ਚਾਹੇ ਜਪਜੀ ਸਾਹਿਬ ਚਾਹੇ ਕੋਈ ਬਾਣੀ, ਸਾਰੀ ਬਾਣੀ ਇੱਕ ਹੈ। ਆ ਕਈ ਵਾਰ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਹੁੰਦੇ ਆ, ਸਹਿਜ ਪਾਠ ਦੇ ਭੋਗ ਪੈਣੇ, ਘਰ ਵਾਲੇ ਕਹਿੰਦੇ ਭਾਈ ਸਾਹਿਬ ਚੰਗਾ ਜਿਹਾ ਗੁਨਾਮਾ ਕੱਢਿਆ ਜੀ। ਭਾਈ ਸਾਹਿਬ ਵੀ ਸਿਆਣੇ ਹੁੰਦੇ ਆ, ਉਹਨਾਂ ਨੂੰ ਪਤਾ ਇਹਨਾਂ ਨੂੰ ਖੁਸ਼ ਕਿਵੇਂ ਕਰਨਾ ਹੈ। ਉਹਨਾਂ ਨੇ ਪਹਿਲੇ ਰੱਖਿਆ ਹੁੰਦਾ, ਹਾਂ ਚੰਗਾ ਜਿਹਾ ਹੁਕਮਨਾਮਾ। ਸਤਿਗੁਰ ਦੀ ਬਾਣੀ ਤਾਂ ਅੰਮ੍ਰਿਤ ਹੈ ਬਾਣੀ ਪਿਆਰਿਓ। ਇਹ ਸਾਡੇ ਨੂੰ ਭੁਲੇਖੇ ਤੇ ਭਰਮ ਪਏ ਹੋਏ ਹਨ। ਹੁਣ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲਈ
ਤੇ ਕੀ 24 ਘੰਟੇ ਸਾਨੂੰ ਨਾਮ ਜਪਣ ਦੀ ਲੋੜ ਨਹੀਂ। ਹੁਣ ਜੋ ਮਰਜ਼ੀ ਕਰੀਏ, ਮੋਹਰ ਲੱਗ ਗਈ ਸਾਡੇ ਵੀ ਅਸੀਂ ਝੂਠ ਬੋਲੀਏ, ਠੱਗੀਆਂ ਕਰੀਏ, ਮਨ ਸਾਡੇ ਦੇ ਅੰਦਰ ਵਿਕਾਰ ਹੋਣ ਵੀ ਕੋਈ ਨਹੀਂ ਕੱਲ ਨੂੰ ਫੇਰ ਪਾਠ ਕਰ ਲੈਣਾ। ਐਸਾ ਭੁਲੇਖਾ ਦੂਰ ਕਰ ਲੈ। ਸੁਖਮਨੀ ਸਾਹਿਬ ਜਿਸ ਵੇਲੇ ਅਸੀਂ ਪੜ੍ਹਦੇ ਹਾਂ ਜਾਂ ਸਰਵਣ ਕਰਨੇ ਆ, ਤੇ ਜਦੋਂ ਅਸੀਂ ਸੁਖਮਨੀ ਸਾਹਿਬ ਪਹਿਲਾ ਸ਼ਲੋਕ ਪੜ੍ਹ ਕੇ ਅਸ਼ਟਪਦੀ ਸ਼ੁਰੂ ਹੁੰਦੀ ਹੈ ਨਾ, ਤੇ ਮੇਰੇ ਸਤਿਗੁਰ ਦਾ ਬਚਨ ਕੀ ਹੈ? ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹਿ ਮਿਟਾਓ। ਤੇ ਇਸੇ ਸੁਖਮਨੀ ਸਾਹਿਬ ਜੀ ਦੇ ਅੰਦਰ ਹੀ ਮੇਰੇ ਸਤਿਗੁਰ ਦਾ ਬਚਨ ਆਉਂਦਾ ਹੈ। ਮੇਰੇ ਸਾਹਿਬ ਨੇ ਨਹੀਂ ਕਿਹਾ ਵੀ ਹੁਣ 24 ਘੰਟੇ ਕੁਛ ਨਾ ਕਰ। ਸੁਖਮਨੀ ਸਾਹਿਬ ਦੀ ਬਾਣੀ ਦਾ ਹੀ ਬਚਨ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾ। ਬੇਨਤੀ ਕਰ ਤੋਂ ਭਾਵ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਸੁਣਨੀ ਹੈ। ਇਹ ਅੰਮ੍ਰਿਤ ਵੇਲਾ ਤੇ ਫਿਰ ਸਹਿਜੇ ਸਹਿਜੇ ਸਾਰਾ ਹੀ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਉਠਤ ਬੈਠਤ ਸੋਵਤ ਨਾਮ, ਉਠਤ ਬੈਠ ਤੱਕ ਤੇ ਕਈ ਵਾਰੀ ਸਮਝ ਆਉਂਦੇ ਆ, ਹਾਲਾਂਕਿ ਇਹ ਵੀ ਬਚਨ ਸਾਹਿਬ ਦਾ ਗਹਿਰਾ ਹੈ, ਪਰ ਜਦੋਂ ਅਗਲਾ ਬਚਨ ਹੁੰਦਾ ਸੋਵਤ ਨਾਮ, ਤੇ ਫਿਰ ਉਹ ਕਿਵੇਂ ਹੋਇਆ? ਆ ਸਾਡੇ ਸਵਾਸ ਉੱਤੇ ਚੱਲਦੇ ਆ ਕਿ ਨਹੀਂ ਚੱਲਦੇ? ਅਸੀਂ ਚਲਾਉਂਦੇ ਹਾਂ। ਨਾਮ ਦਾ ਅਭਿਆਸ ਕਰਦਿਆਂ ਕਰਦਿਆਂ ਗੁਰਮੁਖ ਰੋਮ ਰੋਮ ਹਰ ਤੇ ਆਵੇ। ਪਹਿਲਾਂ ਜਪਣਾ ਪੈਂਦਾ, ਫਿਰ ਸੁਣਨਾ ਹੈ। ਪਿਆਰਿਆ, ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਕਰੀਏ ਤੇ ਸਹੀ। ਕੱਲ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਆ ਕਰੋਨਾ ਵਾਇਰਸ ਚੱਲ ਰਿਹਾ ਨਾ, ਤੇ ਇੱਕ ਬਜ਼ੁਰਗ ਨੂੰ ਕਰੋਨਾ ਹੋ ਗਿਆ ਉੱਥੇ ਇਟਲੀ ਦੇ ਵਿੱਚ। ਤੇ ਜਦ ਉਹ ਠੀਕ ਹੋਇਆ ਤੇ ਡਾਕਟਰਾਂ ਨੇ ਬਿੱਲ ਦੱਸਿਆ ਵੀ ਇੰਨਾ ਬਿੱਲ ਕਿਉਂ? ਭਈ ਤੈਨੂੰ ਮਸ਼ੀਨ ਤੇ ਪਾ ਕੇ ਤੇ ਤੈਨੂੰ ਸਵਾਸ ਤੇਰੇ ਚਲਾਏ ਹੈ। ਤੇ ਇਸ ਕਰਕੇ ਬਿੱਲ ਪੈਣਾ ਹੀ ਹੈ। ਉਹਦੀ ਅੱਖਾਂ ਚੋਂ ਹੰਝੂ ਸ਼ੁਰੂ ਹੋ ਗਏ। ਡਾਕਟਰ ਕਹਿੰਦੇ ਤੇਰੇ ਸਵਾਸ ਚਲਾਉਂਦੇ ਰਹੇ ਅਸੀਂ, ਨਹੀਂ ਤਾਂ ਤੂੰ ਖਤਮ ਹੋ ਜਾਣਾ ਸੀ। ਜਿਸ ਵੇਲੇ ਰੋਇਆ ਤੇ ਡਾਕਟਰ ਕਹਿਣ ਲੱਗੇ ਸ਼ਾਇਦ ਤੇਰੇ ਕੋਲ ਪੈਸੇ ਘੱਟ ਨੇ, ਯੂਰੋ ਘੱਟ ਨੇ। ਕੋਈ ਗੱਲ ਨਹੀਂ, ਅਸੀਂ ਤੇਰੀ ਹੈਲਪ ਕਰਦੇ ਨੇ, ਉਹਨਾਂ ਦੇਸ਼ਾਂ 'ਚ ਕਰਦੇ। ਕਿਉਂ ਰੋਇਆ? ਉਹ ਆਂਦਾ ਮੈਂ ਇਸ ਕਰਕੇ ਨਹੀਂ ਰੋਇਆ ਕਿ ਬਿੱਲ ਬਹੁਤ ਹੈ, ਮੈਂ ਇਸ ਕਰਕੇ ਰੋਇਆ ਕਿ ਤੁਸੀਂ ਥੋੜ੍ਹੇ ਜਿਹੇ ਮੇਰੇ ਸਵਾਸ ਮਸ਼ੀਨ ਨਾਲ ਚਲਾਏ ਨੇ, ਤੇ ਇੰਨਾ ਬਿੱਲ ਹੈ। ਜਿਸ ਵਾਹਿਗੁਰੂ ਨੇ ਕਰੋੜਾਂ ਸਵਾਸ ਦਿੱਤੇ ਆ, ਉਹਨੇ ਤੇ ਕਦੀ ਬਿੱਲ ਨਹੀਂ ਮੰਗਿਆ। ਤੁਸੀਂ ਰੱਬ ਨੂੰ ਕਦੀ ਯਾਦ ਹੀ ਨਹੀਂ ਕਰਦੇ। ਥੋੜ੍ਹੇ ਜਿਹੇ ਚਿਰ ਨਾਲ ਮਸ਼ੀਨ ਤੇ ਰੱਖ ਕੇ ਤੁਸੀਂ 2-4 ਦਿਨ 10 ਦਿਨ ਰੱਖਿਆ, ਤੇ ਇੰਨਾ ਬਿੱਲ ਬਣ ਗਿਆ। ਧੰਨ ਉਹ ਗੋਡ ਪਰਮੇਸ਼ਰ ਵਾਹਿਗੁਰੂ ਹੈ। ਕਦੀ ਕਿਸੇ ਕੋਲ ਬਿੱਲ ਨਹੀਂ ਮੰਗਦਾ। ਕਦੀ ਸੂਰਜ ਦਾ ਬਿੱਲ ਆਇਆ, ਕਦੀ ਚੰਦ ਦਾ ਬਿੱਲ ਆਇਆ, ਕਦੀ ਹਵਾ ਦਾ ਬਿੱਲ ਆਇਆ? ਨਹੀਂ ਨਹੀਂ, ਇਹ ਸਭ ਦਾਤਾਂ ਮਾਲਕ ਨੇ ਦਿੱਤੀਆਂ ਨੇ। ਅਮੋਲਕ ਸਰੀਰ ਦਿੱਤਾ ਹੈ, ਇੱਕ ਇੱਕ ਸਵਾਸ ਅਮੋਲਕ ਹੈ। ਪੁੱਛੋ ਕਿਤੇ ਸਿਕੰਦਰ ਬਾਦਸ਼ਾਹ ਨੂੰ ਜਿਹੜਾ ਤਾਹਾਂ ਮਾਰ ਕੇ ਰੋਇਆ ਸੀ ਵੀ ਜੇ ਮੈਨੂੰ ਪਤਾ ਹੁੰਦਾ ਸਵਾਸ ਕੀਮਤੀ ਨਹੀਂ ਤੇ ਮੈਂ ਕਿਸੇ ਲੇਖੇ ਵਿੱਚ ਲਾਉਂਦਾ, ਮੈਂ ਮਾੜੇ ਕਰਮ ਨਾ ਕਰਦਾ। ਪੁੱਛੋ ਰਾਵਣ ਨੂੰ, ਆਖਿਰੀ ਸਮੇਂ ਪੁੱਛਿਆ ਤੂੰ ਜ਼ਿੰਦਗੀ ਦਾ ਰਿਜ਼ਲਟ ਕੀ ਕੱਢਿਆ, ਤੇ ਉਹਨੇ ਇਹ ਗੱਲ ਕਹੀ ਸੀ ਮੈਂ ਕਹਿੰਦਾ ਸਾਂ ਕਾਲ ਪਾਵੇ ਨਾਲ ਬੰਨ ਲਿਆ, ਪਰ ਅੱਜ ਕਾਲ ਦੇ ਮੈਨੂੰ ਅੱਗੇ ਲਾ ਲਿਆ ਜੇ। ਕਾਲ ਦਾ ਵਸਾ ਨਾ ਖਾਇਆ ਜੇ। ਵਾਹਿਗੁਰੂ ਜੀ ਨੇ ਸਾਨੂੰ ਜੀਵਨ ਦਿੱਤਾ ਹੈ, ਅਮੋਲਕ ਜੀਵਨ ਦਿੱਤਾ ਹੈ। ਇਹ ਸਵਾਸ ਅਸੀਂ ਨਹੀਂ ਚਲਾ ਰਹੇ ਪਿਆਰੇ। ਉਠਤ ਬੈਠਤ ਸੋਵਤ ਨਾਮ,
ਉਹ ਅਵਸਥਾ ਗੁਰਮੁਖਾਂ ਦੀ ਆ ਜਾਂਦੀ ਹੈ ਪਿਆਰਿਓ, ਜਿੱਥੇ ਇੱਕ ਖਿਨ ਵੀ ਨਾਮ ਨਹੀਂ ਵਿਸਰਦਾ। ਪਿੰਨੀ ਰੈਣੜੀਏ ਚਮਕਣ ਤਾਰੇ, ਜਾਗਣ ਸੰਜਣਾ ਮੇਰੇ ਰਾਮ ਪਿਆਰੇ ਸਦਾ ਜਾਗੈ ਨਾਮ ਸਿਮਰੈ ਅੰਧਨ, ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਖਿਨ। ਉਹ ਬਖਸ਼ਿਸ਼ ਹੋ ਜਾਂਦੀ ਹੈ ਤੇ ਫਿਰ ਉਹ ਸਤਿਗੁਰੂ ਦਿਆਲ, ਸਤਿਗੁਰੂ ਦੀ ਕਿਰਪਾ ਹੁੰਦੀ ਹੈ। ਜਪਜੀ ਸਾਹਿਬ ਦੇ ਅੰਦਰ 5 ਖੰਡਾਂ ਦਾ ਜ਼ਿਕਰ ਆਉਂਦਾ ਹੈ ਨਾ, ਧਰਮ ਖੰਡ ਹੈ, ਗਿਆਨ ਖੰਡ ਹੈ, ਸ਼ਰਮ ਖੰਡ ਹੈ, ਫਿਰ ਕਰਮ ਖੰਡ ਹੈ, ਤੇ ਕਰਮ ਖੰਡ ਹੈ ਬਖਸ਼ਿਸ਼ ਦਾ ਦਰ। ਕਰਮ ਦੇ ਅਰਥ ਬਹੁਤ ਨੇ, ਪਰ ਹਰ ਪੰਕਤੀ ਵਿੱਚ ਕਿੱਥੇ ਕਿੱਥੇ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ, ਸਮਝਣ ਦੀ ਲੋੜ ਹੈ। ਉਹਦੀ ਬਖਸ਼ਿਸ਼ ਨਾਲ ਹੀ ਉਸ ਅੰਮ੍ਰਿਤ ਦੀ ਪ੍ਰਾਪਤੀ ਹੋਣੀ ਹੈ। ਸਹਿਜੇ ਸਹਿਜੇ ਉਹ ਅੰਮ੍ਰਿਤ, ਜਿਸ ਬਾਰੇ ਸਾਹਿਬ ਕਹਿੰਦੇ ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਬਿਸਰਾਮ। ਉਹ ਅੰਮ੍ਰਿਤ ਅੰਦਰ, ਉਹ ਬ੍ਰਹਮ ਗਿਆਨ ਅੰਮ੍ਰਿਤ। ਤੇ ਜਦੋਂ ਉਸ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਹ ਫਿਰ ਉਹ ਵੀ ਅੰਮ੍ਰਿਤ ਵੇਲਾ, ਜਦੋਂ ਉਹ ਵੱਡੀ ਬਖਸ਼ਿਸ਼ ਹੁੰਦੀ ਹੈ ਪਿਆਰੇ, ਫਿਰ ਸਦਾ ਵਾਸਤੇ ਅਮਰ ਹੋ ਜਾਂਦਾ, ਸਦਾ ਵਾਸਤੇ ਅਕਾਲ ਮਨ ਦਾ ਵਾਸੀ ਹੋ ਜਾਂਦਾ। ਤੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਭਾਈ ਅੰਮ੍ਰਿਤ ਵੇਲਾ ਸੰਭਾਲੋ। ਅੰਮ੍ਰਿਤ ਵੇਲਾ ਸੰਭਾਲਦਿਆਂ ਉਹ ਬਖਸ਼ਿਸ਼ ਹੋ ਜਾਏਗੀ। ਜਦੋਂ ਉਸ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਏਗੀ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਕਰਕੇ ਦਿਖਾਇਆ। ਆਪ ਜੀ ਦਾ ਪ੍ਰਕਾਸ਼ ਲਾਹੌਰ ਚੂਨਾ ਮੰਡੀ ਵਿਖੇ ਹੋਇਆ। ਆਪ ਜੀ ਦੇ ਪਿਤਾ ਬਾਬਾ ਹਰਦਾਸ ਮਲ ਜੀ ਹਨ, ਮਾਤਾ ਦਇਆ ਕੌਰ ਜੀ ਹਨ। ਤੇ 26 ਅੱਸੂ 1591 ਬਿਕਰਮੀ ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ। ਤੇ ਛੋਟੀ ਉਮਰ ਸੀ ਤੇ ਆਪ ਜੀ ਦੇ ਪਿਤਾ ਚੜ੍ਹਾਈ ਕਰ ਗਏ। ਆਪ ਜੀ ਘੁੰਗਣੀਆਂ ਵੇਚ ਕੇ ਆਪਣੀ ਕਿਰਤ ਕਰਦੇ ਆ, ਸਾਧੂਆਂ ਸੰਤਾਂ ਨੂੰ ਛਕਾ ਦਿੰਦੇ ਆ। ਕੋਈ ਪੈਸਾ ਦਿੰਦਾ ਤੇ ਲੈ ਲੈਂਦੇ ਆ, ਮੰਗਦੇ ਨਹੀਂ। ਤੇ ਇਸ ਤਰ੍ਹਾਂ ਗੁਜ਼ਾਰਾ ਕਰਦੇ ਨੇ। ਤੇ ਫਿਰ ਮਾਤਾ ਵੀ ਚੜ੍ਹਾਈ ਕਰ ਗਈ। ਪਹਿਲਾਂ ਪਿਤਾ ਚੜ੍ਹਾਈ ਕਰ ਗਏ, ਫਿਰ ਮਾਤਾ ਦਇਆ ਕੌਰ ਦੀ ਵੀ ਚੜ੍ਹਾਈ ਕਰ ਗਏ। ਆਮ ਤੁਸੀਂ ਦੇਖੋ, ਜਿਸ ਬੱਚੇ ਦੇ ਸਿਰ ਤੇ ਪਿਤਾ ਨਾ ਹੋਵੇ, ਮਾਤਾ ਨਾ ਹੋਵੇ, ਤੇ ਕਿਹਾ ਜਾਂਦਾ ਹੈ ਵੀ ਇਹ ਯਤੀਮ ਹੈ। ਧਿਆਨ ਦੇਣਾ, ਭਾਵ ਇਹਦੇ ਸਿਰ ਤੇ ਮਾਂ ਪਿਓ ਨਹੀਂ, ਮਾਤਾ ਪਿਤਾ ਨਹੀਂ। ਪਰ ਯਤੀਮ ਕੌਣ ਹੈ? ਜੇ ਸਿਰ ਤੇ ਮਾਂ ਵੀ ਹੈ, ਪਿਤਾ ਵੀ ਹੈ, ਤੇ ਇੱਕ ਸੰਗਤ ਵਿੱਚ ਪੈ ਗਿਆ, ਤੇ ਮਾਂ ਪਿਓ ਦੇ ਹੁੰਦਿਆਂ ਵੀ ਯਤੀਮ ਹੋ ਜਾਂਦਾ ਜੀ। ਤੇ ਜਿਸ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਗਈ, ਉਹ ਯਤੀਮ ਨਹੀਂ। ਪਿਆਰਿਓ, श्रेष्ठ मत माता है, संतोख पिता है, जिसनों सत्संगत की प्राप्ति होगी। उम्र छोटी है, शरीका बरादरी आला दुआला देख के पता की सोचते हैं कि इन्हां दा कौन है, किवें गुजारा होएगा, कित्थों खाणगे। आप जी दे नानके नगर बासर के, जो धन गुरु अमरदास महाराज जी का नगर, जिथे आप जी का प्रकाश गुरु अमरदास महाराज जी का नगर बासर के, ते गुरु रामदास महाराज का नानका नगर है।
ਆਪ ਜੀ ਦੇ ਨਾਨੀ ਜੀ ਆਏ ਨੇ ਹੁਣ ਕਿ ਪਹਿਲਾਂ ਦਿਮਾਗ ਚੜ੍ਹਾਈ ਕਰ ਗਿਆ ਤੇ ਹੁਣ ਧੀ ਵੀ ਚੜ੍ਹਾਈ ਕਰ ਗਈ। ਤੇ ਆਪਣੀ ਧੀ ਨੂੰ ਇਹਨਾਂ ਵਿੱਚੋਂ ਦੇਖ ਰਹੇ ਨੇ। ਹੁਣ ਇਹਨਾਂ ਨੂੰ ਮੈਂ ਨਾਲ ਲੈ ਕੇ ਬਾਸਰ ਕੇ ਜਾਵਾਂ। ਤੇ ਜਦੋਂ ਆਪ ਜੀ ਦੀ ਨਾਨੀ ਜੀ ਲੈ ਕੇ ਤੁਰੇ ਨੇ ਨਾ, ਤੇ ਦੁਨਿਆਵੀ ਖਿਆਲ ਵਾਲੇ ਸੋਚਦੇ ਆ ਇਹਨਾਂ ਦਾ ਕੌਣ ਹੈ। ਦੇਖੋ ਵੀ ਇਹਨਾਂ ਦਾ ਕੌਣ ਹੈ, ਇਹ ਨਹੀਂ ਪਤਾ। ਜਿਹੜੇ ਕਹਿੰਦੇ ਇਹਨਾਂ ਦਾ ਕੌਣ ਹੈ, ਇਹ ਕਿੱਥੋਂ ਖਾਣਗੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹਨੂੰ ਤੁਸੀਂ ਭਾਈ ਜੇਠਾ ਜੀ ਕਹਿੰਦੇ ਹੋ, ਇਹਨਾਂ ਨੇ ਧੰਨ ਗੁਰੂ ਰਾਮਦਾਸ ਬਣ ਕੇ ਨਥਾਵਿਆਂ ਦੇ ਥਾਂ ਬਣਨਾ। ਇਹ ਧੰਨ ਗੁਰੂ ਰਾਮਦਾਸ ਹੋਣਗੇ, ਉਹ ਜਿਨ੍ਹਾਂ ਬਾਰੇ ਸੋਚਦੇ ਹੋ ਕਿੱਥੋਂ ਖਾਣਗੇ। ਇਹਨਾਂ ਦੇ ਦਰ ਤੇ ਲੱਖਾਂ ਖਾ ਖਾ ਕੇ ਜਾਣਗੇ, ਤੋੜ ਨਾ ਆਵੇ ਵੱਧ ਹੋ ਜਾਏ। ਦੁਨਿਆਵੀ ਸੋਚ ਬੜੀ ਛੋਟੀ ਹੁੰਦੀ ਹੈ। ਉਹ ਗੁਰੂ ਪਰਮੇਸ਼ਰ ਖਿਨਮੈ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਹਰਨ ਪਰਨ ਜਾ ਕਾ ਨੇਤਰ ਹੋ, ਤਿਸਕਾ ਮੰਤਰ ਨਾ ਜਾਣਾ। ਆਪ ਜੀ ਨਾਨਕੇ ਨਗਰ ਆ ਗਏ ਤੇ ਇੱਥੋਂ ਸੰਗਤਾਂ ਜਾਇਆ ਕਰਦੀਆਂ ਸੀ ਗੋਂਦਵਾਲ ਸਾਹਿਬ, ਤੇ ਆਪਣੀ ਨਾਨੀ ਜੀ ਦੇ ਨਾਲ ਗੁਰੂ ਰਾਮਦਾਸ ਮਹਾਰਾਜ, ਆਪ ਜੀ ਦਾ ਨਾਮ ਉਸ ਵੇਲੇ ਭਾਈ ਜੇਠਾ ਜੀ ਹੈ, ਤੇ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਪਹੁੰਚੇ ਨੇ। ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ 'ਚ ਪਹੁੰਚੇ, ਸਮਰੱਥ ਗੁਰੂ ਦਾ ਮਿਲਾਪ ਹੋ ਗਿਆ। ਪਿਆਰੇ ਸਮਰੱਥ ਗੁਰੂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਜ਼ਿਕਰ ਆਉਂਦਾ ਹੈ। ਸਮਰੱਥ ਗੁਰੂ ਦੀ ਭਾਲ ਵਿੱਚ ਹਰਿਦੁਆਰ ਵੀ ਗਏ 20-21 ਵਾਰੀ। ਬੜੇ ਬੜੇ ਤਪੱਸਵੀ ਉੱਥੇ ਮਿਲੇ, ਬੜੇ ਬੜੇ ਸਾਧੂ ਮਿਲੇ। ਨਹੀਂ ਵੀ ਉੱਥੇ ਹੈ ਨਹੀਂ ਸੀ ਕੋਈ, ਪਰ ਲੋੜ ਸੀ ਉਸ ਸਮਰੱਥ ਗੁਰੂ ਦੀ, ਜਿਹੜਾ ਸਮਰੱਥ ਗੁਰੂ ਜਿਸ ਦੀ ਸ਼ਰਨ ਵਿੱਚ ਆਇਆ, ਜਿਸ ਦਾ ਪੱਲਾ ਫੜਿਆ। ਇਹੋ ਭਵਜਲ ਜਲ ਸੰਸਾਰ ਹੈ, ਗੁਰ ਬੋਹਿਥ ਨਾਮ ਤਰੈ, ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ। ਜਿਹੜਾ ਪਾਰ ਲੰਘਾ ਦੇਵੇ। ਸਮਰੱਥ ਗੁਰੂ ਤੋਂ ਬਗੈਰ ਗਿਆਨ ਦੀ ਬਖਸ਼ਿਸ਼ ਨਹੀਂ ਹੁੰਦੀ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰਦਾ, ਵੇਦ ਵਿਆਸੈ ਕੋਇ। ਮਹਾਰਾਜ ਪੁੱਛ ਲਓ ਵੱਡਿਆਂ ਵੱਡਿਆਂ ਨੂੰ। ਇਹ ਤੇ ਸਾਡੇ ਵੱਡੇ ਭਾਗ ਹਨ ਪਿਆਰਿਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਦਸ਼ਮੇਸ਼ ਪਿਤਾ ਜੀ ਨੂੰ ਬਾਰ-ਬਾਰ ਕਰੋੜਾਂ ਵਾਰ ਨਮਸਕਾਰ ਕਰੀਏ ਤੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪ ਜੀ ਨੂੰ ਨਮਸਕਾਰ ਕਰਦਿਆਂ ਹੀ ਸਾਡੇ ਸਵਾਸ ਛੁੱਟ ਜਾਣਾ। ਇੰਨੀਆਂ ਵੱਡੀਆਂ ਬਖਸ਼ਾਂ ਜਿੱਥੇ ਆਪ ਜੀ ਨੇ ਇਸ ਸੰਸਾਰ ਦੇ ਭਲੇ ਵਾਸਤੇ, ਗਊ ਗਰੀਬ ਦੀ ਰੱਖਿਆ ਵਾਸਤੇ, ਧਰਮ ਵਾਸਤੇ, ਸਮਾਜ ਦੇ ਭਲੇ ਵਾਸਤੇ ਸਭ ਕੁਝ ਵਾਰ ਦਿੱਤਾ। ਪਿਤਾ ਵਾਰਿਆ, ਮਾਤਾ ਵਾਰੀ, ਚਾਰੇ ਸਾਹਿਬਜ਼ਾਦੇ ਵਾਰੇ, ਆਪਣਾ ਆਪ ਵੀ ਵਾਰ ਦਿੱਤਾ। ਸਰਬੰਸ ਦਾਨੀ, ਦੁਨੀਆ ਅੰਦਰ ਬੜੇ ਬੜੇ ਦਾਨੀ ਹੋਏ ਨੇ। ਕਿਸੇ ਨੇ ਅੰਨ ਦਾਨ ਕੀਤਾ, ਬਸਤਰ ਦਾਨ ਕੀਤੇ ਨੇ, ਸੋਨਾ ਦਾਨ ਕੀਤਾ, ਮੋਤੀ ਦਾਨ ਕੀਤੇ ਨੇ, ਧਰਤੀ ਦਾਨ ਕੀਤੀ ਹੈ, ਰਾਜ ਭਾਗ ਦਾਨ ਕੀਤਾ ਹੈ। ਪਰ ਪੁੱਤਰਾਂ ਦੇ ਦਾਨੀ, ਸਰਬੰਸ ਦਾਨੀ ਦੁਨੀਆ ਅੰਦਰ ਹੋਰ ਕੋਈ ਨਹੀਂ, ਕੇਵਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਤੇ ਜਿੱਥੇ ਵੱਡੀਆਂ ਬਖਸ਼ਾਂ ਉਹਨਾਂ ਨੇ ਕੀਤੀਆਂ, ਪੰਥ ਖਾਲਸੇ ਦੀ ਸਾਜਨਾ ਕੀਤੀ ਹੈ, ਤੇ ਉੱਥੇ ਪਿਆਰੇ ਇਸ ਸੰਸਾਰ ਤੇ ਬਹੁਤ ਵੱਡਾ ਪਰਉਪਕਾਰ ਮੇਰੇ ਸਾਹਿਬ ਨੇ ਕੀਤਾ। ਉਹ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ।
ਕਿ ਭਟਕਣ ਦੀ ਲੋੜ ਨਾ ਪਵੇ। ਵਾਹਿਗੁਰੂ ਕਿਰਪਾ ਕਰੇ, ਨਹੀਂ ਤੇ ਪਤਾ ਨਹੀਂ ਅੱਜ ਕੀ ਹੋਣਾ ਸੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ 22 ਮੰਜੀਆਂ ਬਾਬੇ ਬਕਾਲੇ ਡਹਿ ਗਈਆਂ ਸੀ। ਜਦੋਂ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਜੋਤੀ ਜੋਤ ਸਮਾਏ ਨੇ ਤੇ ਕਿਹਾ ਸੀ ਬਾਬਾ ਬਕਾਲੇ, ਤੇ ਉਸ ਵੇਲੇ ਤੇ ਬਾਬੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਨ, ਪਰ 22 ਮੰਜੀਆਂ ਡਹਿ ਗਈਆਂ। ਤੇ ਜਿਹੜੀ ਨਕਲੀ ਚੀਜ਼ ਉਹਦੀ ਚਮਕ ਦਮਕ ਜ਼ਿਆਦਾ ਹੁੰਦੀ ਹੈ। ਆਮ ਹੀ ਤੁਸੀਂ ਦੇਖੋ ਆ ਕੋਈ ਵੀ ਨਕਲੀ ਚੀਜ਼ ਬਣਦੀ ਹੈ ਤੇ ਇੱਕ ਬੇਨਤੀ ਕਰਾਂ, ਨਕਲ ਨੂੰ ਸਹਾਰਾ ਅਸਲ ਦਾ ਹੀ ਹੁੰਦਾ ਹੈ। ਨਕਲ ਜਿਹੜੀ ਹੈ, ਜੇ ਆ ਬਾਜ਼ਾਰ ਵਿੱਚ ਕੋਈ ਚੀਜ਼ ਅਸਲੀ ਵੀ ਹੁਣ ਆਉਂਦੀ ਨਹੀਂ ਤੇ ਉਹਦੀ ਨਕਲ ਕਿੱਥੋਂ ਬਣੇਗੀ ਜਦੋਂ ਚੀਜ਼ ਅਸਲ ਖਤਮ ਹੋ ਗਈ। ਨਕਲ ਨੂੰ ਵੀ ਸਹਾਰਾ ਅਸਲ ਦਾ ਹੈ। ਤੇ ਮੇਰੇ ਸਾਹਿਬ ਸਮਰੱਥ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਨੇ ਤੇ ਫੇਰ ਵੀ ਪਿਆਰੋ ਕਈ ਬੜੀਆਂ ਰੀਸਾਂ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਗੈਰ ਤਾਂ ਸਾਡੀ ਹੋਂਦ ਹੀ ਖਤਮ ਹੋ ਜਾਣੀ ਸੀ। ਪਿਆਰੇ ਪੰਥ ਖਾਲਸੇ ਤੇ ਬਖਸ਼ਿਸ਼ ਜਿਹੜੀ ਹੈ, ਬੜੇ ਬੜੇ ਯਤਨ ਕੀਤੇ ਗਏ ਤੇ ਯਤਨ ਕੀਤੇ ਜਾ ਰਹੇ ਨੇ ਤੇ ਯਤਨ ਹੁੰਦੇ ਰਹਿਣਗੇ, ਪਰ ਸਮਰੱਥ ਗੁਰੂ ਦਾ ਖਾਲਸਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਸਤਿਗੁਰੂ ਹਨ। ਪਿਆਰਿਓ, ਆ ਜਦੋਂ ਸ਼ਾਮ ਪੈਂਦੀ ਹੈ, ਰਾਤ ਪੈਂਦੀ ਹੈ ਨਾ, ਹਨੇਰਾ ਅੱਗੇ ਵੱਧਦਾ ਹੈ ਤੇ ਹਨੇਰੇ ਨੂੰ ਬੜਾ ਭੁਲੇਖਾ ਹੁੰਦਾ ਹੈ ਵੀ ਮੈਂ ਸੂਰਜ ਬੜੀ ਦੂਰ ਛੱਡ ਦਿੱਤਾ। ਪਰ ਹੁੰਦਾ ਕੀ ਹੈ, ਜਦੋਂ ਅੱਗੇ ਜਾਂਦਾ ਤੇ ਸੂਰਜ ਫਿਰ ਸਾਹਮਣੇ ਹੈ। ਹਨੇਰੇ ਨੂੰ ਕੁਝ ਦੇਰ ਵਾਸਤੇ ਭੁਲੇਖਾ ਹੋ ਜਾਂਦਾ ਹੈ। ਇਸ ਤਰ੍ਹਾਂ ਅਧੂਰਿਆਂ ਨੂੰ ਕੁਝ ਭੁਲੇਖੇ ਹੈਗੇ, ਪਰ ਪਿਆਰਿਓ ਇਹ ਜਿਹੜਾ ਗਿਆਨ ਦਾ ਸੂਰਜ ਹੈ, ਇਹਨੇ ਸਦਾ ਹੀ ਪ੍ਰਕਾਸ਼ ਦੇਣਾ ਸੰਸਾਰ ਨੂੰ। ਉਹ ਸਮਰੱਥ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕੋਈ ਰੀਸ ਨਹੀਂ ਕਰ ਸਕਦਾ। ਛੱਪੜੀ ਸਮੁੰਦਰ ਦੀ ਰੀਸ ਨਹੀਂ ਕਰ ਸਕਦੀ। ਕੀ ਕਰੇਗੀ ਛੱਪੜੀ? ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕੁਛ ਤਪਸਵੀ ਲੋਕ ਆਏ ਨੇ, ਰਿੱਧੀਆਂ ਸਿੱਧੀਆਂ ਸਨ ਉਹਨਾਂ ਕੋਲ, ਤੇ ਜਦੋਂ ਬੈਠੇ ਨਾ ਤੇ ਬਿਲਕੁਲ ਖਾਲੀ ਜਿਹੇ ਹੋ ਗਏ, ਜਿਵੇਂ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਆ। ਤੇ ਕਹਿਣ ਲੱਗੇ ਸੱਚੇ ਪਾਤਸ਼ਾਹ ਇਹ ਕੀ ਹੋ ਗਿਆ, ਅਸੀਂ ਤੇ ਖਾਲੀ ਹੋ ਗਏ। ਤੇ ਮੇਰੇ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਛੱਪੜੀਆਂ ਸਮੁੰਦਰ ਵਿੱਚ ਮਿਲ ਗਈਆਂ। ਹੋਇਆ ਕੀ ਹੈ? ਛੱਪੜੀਆਂ ਸਮੁੰਦਰ ਵਿੱਚ ਮਿਲ ਗਈਆਂ ਤੇ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤੇ ਇਹਦੇ ਨਾਲ ਹੀ ਗੁਜ਼ਾਰਾ ਕਰਨੇ ਆ, ਕਿਰਪਾ ਕਰਕੇ ਸਾਨੂੰ ਵਾਪਸ ਕਰ ਦਿਓ। ਪਿਆਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਾਗਰ ਕੀ ਨਿਧ ਕਦ ਪਾਈ ਹੈ। ਕਹਿੰਦੇ ਸਾਗਰ ਦਾ ਜਿਹੜਾ ਖਜ਼ਾਨਾ ਹੈ ਨਾ, ਉਹ ਟੋਭੇ ਚੋਂ ਨਹੀਂ ਪ੍ਰਾਪਤ ਹੋ ਸਕਦਾ। ਸਾਗਰ ਕੀ ਨਿਧ ਕਦ ਪਾਈ ਹੈ, ਭੁੱਖ ਸਹਿ ਦਿਨ ਕਰ ਸਰ ਦੀਪ ਜੋਤ ਨਾ ਬੁਝਾਈ। ਸੂਰਜ ਦਾ ਮੁਕਾਬਲਾ ਦੀਵਾ ਕਿੱਥੋਂ ਕਰ ਲਏਗਾ? ਨਹੀਂ ਕਰ ਸਕਦਾ। ਇਹ ਤੇ ਦਸਮ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਪਿਆਰਿਓ, ਸਦਾਵਤ ਸਾਰੇ ਸੰਸਾਰ ਤੇ ਆ ਕਈ ਵਾਰ ਅਸੀਂ ਕਹਿੰਦੇ ਆ ਜਾਂ ਸੁਣਦੇ ਆ ਕਿ ਗੁਰੂ ਸਾਹਿਬ ਕਲਯੁਗ ਦੇ ਜੀਵਾਂ ਦੇ ਆਧਾਰ ਵਾਸਤੇ ਆਏ ਨੇ। ਧਿਆਨ ਦੇਣਾ, ਕੀ ਹੈ ਕਲਯੁਗ ਤੋਂ ਬਾਅਦ ਫਿਰ ਕੀ ਹੈ? ਉਹਨਾਂ ਜਿਹੜੇ ਨੇ ਗੁਰੂ ਸਾਹਿਬ, ਅਸੀਂ ਵੀ ਕਹਿੰਦੇ ਆ ਅਟਲ ਗੁਰੂ, ਅਸੀਂ ਵੀ ਪੜ੍ਹਦੇ ਆ, ਸੁਣਦੇ ਆ, ਕਹਿੰਦੇ ਆ ਕਿ ਜੁਗੋ ਜੁਗ ਅਟਲ। ਤੇ ਫਿਰ ਸਾਨੂੰ ਭੁਲੇਖੇ ਵੀ ਕਲਯੁਗ ਦੇ ਜੀਵਾਂ ਤੱਕ ਹੀ ਨਹੀਂ। ਯੁੱਗਾਂ ਦੇ ਯੁੱਗ ਲੰਘ ਜਾਣਗੇ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬਾਨ ਨੇ ਸਦਾ ਹੀ ਬਖਸ਼ਣ ਕਰਨੀਆਂ ਨੇ। ਗੀਤਾ ਦਾ ਆਚਾਰਨ ਦੁਆਪਰ ਵਿੱਚ ਹੋਇਆ। ਮਹਾਪੁਰਸ਼ਾਂ ਦਾ ਬਚਨ ਹੈ ਕਿ ਸੱਚ ਇੱਕੋ ਹੀ ਹੈ। ਧਿਆਨ ਦੇਣਾ, ਸੱਚ ਇੱਕੋ ਹੀ ਹੈ, ਸੱਚ ਦੋ ਨਹੀਂ, ਸੱਚ ਇੱਕੋ ਹੀ ਹੈ। ਗੀਤਾ ਦਾ ਆਚਾਰਨ ਜਿਹੜਾ ਹੈ ਉਹ ਦੁਆਪਰ ਵਿੱਚ ਹੋਇਆ ਤੇ ਅੱਜ ਵੀ ਗੀਤਾ ਨੂੰ ਪੜ੍ਹਿਆ ਨਹੀਂ ਜਾਂਦਾ।
ਉਹਦਾ ਜਿਹੜਾ ਉਪਦੇਸ਼ ਹੈ ਉਹਨੂੰ ਕਮਾ ਰਹੇ ਨੇ ਪਾਈ ਕੇ। ਇਸ ਤਰ੍ਹਾਂ ਹੋਰ ਧਾਰਮਿਕ ਗ੍ਰੰਥ ਵੀ ਪਹਿਲੇ ਯੁੱਗਾਂ ਵਿੱਚ ਹੋਏ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕੁਝ ਵਿਦਵਾਨਾਂ ਨੇ ਆਪਣੇ ਖਿਆਲ ਰੱਖੇ ਹੈ ਕਿ ਜੋ ਹੋਰ ਦੁਨੀਆ ਦੇ ਧਾਰਮਿਕ ਗ੍ਰੰਥ ਹਨ ਉਹਨਾਂ ਦੀ ਰਿਸਰਚ ਕਰਕੇ ਉਹਨਾਂ ਦਾ ਨਿਚੋੜ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਠੀ ਕੀਤੀ ਹੈ। ਨਹੀਂ, ਇਹ ਨਹੀਂ। ਮੇਰੇ ਸਤਿਗੁਰ ਨੇ ਉਹਨਾਂ ਚੋਂ ਨਹੀਂ ਲਿਆ। ਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੈ, ਧੁਰ ਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ। ਸੱਚ ਇੱਕੋ ਹੀ ਹੈ, ਚਾਹੇ ਕਿਸੇ ਵੀ ਧਾਰਮਿਕ ਗ੍ਰੰਥ 'ਚ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਪਦਵੀ ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਨਹੀਂ ਮਿਲੀ। ਤੇ ਇਹ ਦਸਮ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਤਿਹਾਸ ਗਵਾਹੀ ਦਿੰਦਾ ਹੈ ਕਿ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨੀਆ ਦੇ ਵੱਡੇ ਵੱਡੇ ਰਾਜੇ, ਚਾਹੇ ਔਰੰਗਜ਼ੇਬ ਵਰਗੇ, ਚਾਹੇ ਹੋਰ, ਕਿਸੇ ਅੱਗੇ ਸਿਰ ਨਹੀਂ ਝੁਕਾਇਆ। ਜੇ ਸੀਸ ਝੁਕਾਇਆ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਾਇਆ ਹੈ, ਦਸਮ ਪਾਤਸ਼ਾਹ। ਤੇ ਮਹਾਂਪੁਰਸ਼ਾਂ ਦਾ ਜਿਹੜਾ ਬਚਨ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 10 ਪਾਤਸ਼ਾਹ ਨੇ ਸੀਸ ਝੁਕਾਇਆ, ਇਹ ਬਚਨ ਮਹਾਂਪੁਰਸ਼। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਜਦੋਂ ਗੁਰੂ ਜੋਤ ਉੱਥੇ ਪ੍ਰਗਟੀ, ਇਉਂ ਚੱਲਦਿਆਂ ਚੱਲਦਿਆਂ ਇਹ ਗੁਰੂ ਜੋਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਦਰ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦਸਮ ਪਾਤਸ਼ਾਹ ਨੂੰ ਸੀਸ ਝੁਕਾਇਆ ਜਦੋਂ ਗਿਰਿਆਈ ਬਖਸ਼ੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ 10 ਪਾਤਸ਼ਾਹਾਂ ਨੇ ਹੀ ਸੀਸ ਝੁਕਾਇਆ। ਪਿਆਰੇ, ਇਹ ਗੁਰੂਆਂ ਦੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਮਰੱਥ ਗੁਰੂ ਨੇ ਪਹਿਲਾਂ ਸਮਿਆਂ ਦੇ ਅੰਦਰ ਬਚਪਨ ਲੰਘ ਜਾਂਦਾ ਸੀ, ਜਵਾਨੀ ਲੰਘ ਜਾਂਦੀ ਸੀ, ਕਈਆਂ ਦਾ ਬੁਢੇਪਾ ਵੀ ਲੰਘ ਜਾਂਦਾ ਸੀ, ਤੇ ਪੂਰਾ ਗੁਰੂ ਨਹੀਂ ਸੀ ਮਿਲਦਾ। ਬਾਬਾ ਫਰੀਦ ਜੀ ਨੇ ਸਾਲਾਂ ਦੇ ਸਾਲ ਤਪੱਸਿਆ ਕੀਤੀ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੈ ਸਰਬ ਨਾ ਬਾੜਿਓ ਦੇਖ ਬੰਦੇ ਕੇ ਭਾਗ। ਫੇਰ ਜਾ ਕੇ ਕਿਤੇ ਗੁਰੂ ਵਾਲੇ ਬਣੇ। ਧੰਨ ਗੁਰੂ ਅਮਰਦਾਸ ਮਹਾਰਾਜ ਵੀ 21 ਵਾਰ ਹਰਿਦੁਆਰ ਗਏ ਤੇ ਫੇਰ ਧੰਨ ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਜੀ ਤੋਂ ਗੁਰਬਾਣੀ ਸੁਣੀ ਤੇ ਫਿਰ ਖੰਡੂਰ ਸਾਹਿਬ ਆਏ ਸਨ ਬਾਬਾ ਅਮਰਦਾਸ ਜੀ। ਹੋਰ ਕਿੰਨੇ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਹੈ। ਸਮਰੱਥ ਗੁਰੂ ਦੀ ਭਾਲ ਵਿੱਚ ਕਿੰਨਾ ਕਿੰਨਾ ਸਮਾਂ ਲੱਗਾ। ਕਿਤੇ ਭਾਈ ਮਾਂਝੀ ਵਰਗੇ ਸਰਵਰਪ੍ਰੀਤ ਦੇ ਚੇਲੇ ਸਨ, ਕਦੋਂ ਗੁਰੂ ਦੀ ਸ਼ਰਨ ਵਿੱਚ ਆਏ। ਭਾਈ ਬਹਿਲੋ ਜੀ ਵਰਗੇ ਹੋਰ ਅਨੇਕ ਗੁਰਸਿੱਖਾਂ ਦਾ ਜ਼ਿਕਰ ਆਉਂਦਾ। ਪਿਆਰਿਓ, ਤੇ ਸਾਡੇ ਤੇ ਕਿਰਪਾ ਹੈ ਜਦੋਂ ਸਾਡੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਆਗਿਆ ਪਈ ਅਕਾਲ ਕੀ ਤਬੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਤੇ ਸਾਡੇ ਵੱਡੇ ਭਾਗ। ਅੱਜ ਬਾਬਾ ਜੇਠਾ ਜੀ ਦੇ ਵੱਡੇ ਭਾਗ ਸਮਰੱਥ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ ਆ ਗਏ। ਸਮਰੱਥ ਗੁਰੂ ਦਾ ਮਿਲਾਪ ਹੋ ਗਿਆ। ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਖਸਕ ਬੈਰਾਗੀ, ਮਿਟਿਓ ਹਨੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲੇ ਕਰਮ ਕਿਹੜੇ ਨੇ? ਦਾਸ ਬਾਰ-ਬਾਰ ਬੇਨਤੀ ਕਰਦਾ ਕਿਤੇ ਪਿਛਲੇ ਜਨਮਾਂ ਦੇ ਕਰਮਾਂ ਤੇ ਉਡੀਕ ਵਿੱਚ ਨਾ ਬੈਠੇ ਰਹੋ ਜੀ। ਕਰਮ ਹੋਣਗੇ ਤੇ ਆ ਹੋ ਜਾਏਗਾ, ਕਰਮ ਹੋਣਗੇ ਤੇ ਮਹਾਰਾਜ ਕਹਿੰਦੇ ਹੁਣ ਬਣਾਓ ਕਰਮ। ਇੱਕ ਤੇ ਪੂਰਬਲੇ ਕਰਮ ਪਿਛਲੇ ਜਨਮਾਂ ਦੇ, ਇੱਕ ਜੋ ਅਸੀਂ ਹੁਣ ਕਰ ਰਹੇ ਹਾਂ ਨਾਲ ਦੇ ਨਾਲ ਕਰਮ ਬਣ ਰਹੇ ਨੇ। ਪਿਆਰਿਓ, ਹਰ ਸਵਾਸ ਤੇ ਕਰਮ ਬਣ ਰਹੇ, ਹਰ ਸਵਾਸ ਤੇ ਜਨਮ ਤੇ ਮਰਨ ਹੈ। ਸਵਾਸ ਅੰਦਰ ਗਿਆ ਜਨਮ ਹੈ, ਬਾਹਰ ਆਇਆ ਮੌਤ ਹੈ। ਇਹਦੇ ਚ ਗੈਬ ਹੈ ਨਾ ਹੈ ਤੇ ਛੁੱਟੀਆਂ। ਹਮ ਆਦਮੀ ਹੈ ਇੱਕਦਮ ਹੀ ਮੋਲਤ ਨਾ ਜਾਣਾ। ਅਸੀਂ ਸਵਾਸ ਲਿਆ, ਇਹਦੇ ਨਾਲ ਮਾੜਾ ਚਿਤਵਿਆ ਤਾਂ ਨਾਮ ਜਪਿਆ, ਉਹਨੂੰ ਯਾਦ ਕੀਤਾ ਤਾਂ ਇਹ ਸਾਡਾ ਨਾਲ ਦੇ ਨਾਲ ਹੀ ਕਰਮ ਬਣ ਰਿਹਾ। ਪਿਆਰਿਓ, ਪੂਰਬਲਾ ਕਰਮ। ਆ ਹੁਣ ਆਪਾਂ ਬੈਠੇ ਹਾਂ ਨਾ, ਅਰਦਾਸ ਹੋਣੀ ਆ, ਨਾਲ ਦੇ ਨਾਲ ਹੀ ਪੂਰਬਲਾ ਕਰਮ ਬਣ ਰਿਹਾ। ਤੇ ਇਹ ਜਦੋਂ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਸੰਗਤ ਵਿੱਚ ਆ ਜਾਂਦਾ ਹੈ, ਫਿਰ ਸਮਰੱਥ ਗੁਰੂ ਦੀ ਪਿਆਰਿਓ ਕਿਰਪਾ ਹੁੰਦੀ। ਬਿਨ ਸਤਿਗੁਰੂ ਨਾਮ ਨਾ ਪਾਈਐ, ਬੁੱਝੋ ਕਰ ਵਿਚਾਰ, ਨਾਨਕ ਪੂਰਾ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ।
ਸਮਰੱਥ ਗੁਰੂ। ਤੇ ਭਰੋਸਾ ਸਾਨੂੰ ਕਿੰਨਾ ਚਾਹੀਦਾ ਗੁਰੂ ਤੇ। ਅਸੀਂ ਅਰਦਾਸ ਵੀ ਕਰਨੇ ਆ, ਅਸੀਂ ਮੱਥੇ ਵੀ ਟੇਕਨੇ ਆ। ਕਈ ਵਾਰ ਦਾਸ ਬੇਨਤੀ ਕਰਦਾ ਵੀ ਆਮ ਕਈ ਵਾਰ ਕੋਈ ਗੱਲ ਹੋਵੇ ਨਾ ਤੇ ਕਹਿੰਦੇ ਕਿ ਭਾਈ ਇਹਨੂੰ ਗੁਰਦੁਆਰਾ ਸਾਹਿਬ ਲੈ ਕੇ ਚੱਲੋ, ਉੱਥੇ ਪੁੱਛਨੇ ਆ। ਜਾਂ ਕਹਿੰਦੇ ਆ ਗੁਰਦੁਆਰਾ ਸਾਹਿਬ ਬੈਠਾ, ਝੂਠ ਨਾ ਬੋਲੀ ਗੁਰੂ ਸਾਹਿਬ ਦੀ ਹਜ਼ੂਰੀ। ਕਿ ਗੁਰੂ ਸਾਹਿਬ ਕਹਿੰਦੇ ਆ ਵੀ ਇੱਥੇ ਨਾ ਝੂਠ ਬੋਲੀ, ਤੇ ਦੁਕਾਨ ਤੇ ਬਹਿ ਕੇ ਜਿੰਨਾ ਮਰਜ਼ੀ ਝੂਠ ਬੋਲ, ਬਾਹਰ ਜਿੰਨਾ ਮਰਜ਼ੀ ਬੋਲ, ਉੱਥੇ ਤੇ ਗੁਰੂ ਸਾਹਿਬ ਹੈ ਨਹੀਂ ਗੇ। ਇਹੀ ਤੇ ਭੁਲੇਖੇ ਨੇ ਸਾਨੂੰ। ਗੁਰੂ ਸਾਹਿਬ ਤੇ ਹਰ ਥਾਂ ਨੇ ਪਿਆਰਿਆ। ਗੁਰੂ ਨੂੰ ਹਾਜ਼ਰ ਨਾਜ਼ਰ ਸਮਝੋ। ਲੋੜ ਭਰੋਸੇ ਦੀ ਹੈ, ਪ੍ਰੀਤ ਤੇ ਪ੍ਰਤੀਤ ਹੋਵੇ। ਇੱਕ ਗੁਰਸਿੱਖ ਦੇ ਘਰ ਕੁਛ ਹੋਰ ਪ੍ਰੇਮੀ, ਹੋਰ ਧਰਮਾਂ ਦੇ, ਸੰਪਰਦਾਵਾਂ ਦੇ ਬੈਠੇ ਹੈ ਤੇ ਬਚਨ ਚਲਦਿਆਂ ਚਲਦਿਆਂ ਗੁਰਸਿੱਖ ਕਹਿੰਦੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਨੇ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪ੍ਰਸ਼ਾਂਤ। ਉਹ ਸਿੱਖ ਦੀ ਅਰਦਾਸ ਸੁਣਦੇ ਨੇ, ਉਹ ਬਖਸ਼ਿਸ਼ ਕਰਦੇ ਨੇ, ਅਰਦਾਸ ਪੂਰੀ ਕਰਦੇ ਨੇ, ਕਿਰਪਾ ਕਰਦੇ ਆ। ਤੇ ਉਹਨਾਂ ਪਤਾ ਕੀ ਕਿਹਾ, ਕਹਿੰਦੇ ਜੇ ਤੇਰੇ ਏਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਨੇ ਤੇ ਅਰਦਾਸ ਕਰ ਤੇਰੇ ਘਰ ਆ ਜਾਓ। ਲੈ ਦੇਖੋ ਕੀ ਇਹ ਸਾਨੂੰ ਭਰੋਸਾ ਹੋਏਗਾ ਜਿਹੜਾ ਉਹ ਸਿੱਖ ਨੂੰ ਭਰੋਸਾ ਹੈ। ਸਿੱਖ ਉੱਠ ਕੇ ਖੜਾ ਹੋ ਗਿਆ ਤੇ ਅਰਦਾਸ ਕਰਨ ਲੱਗ ਪਿਆ। ਲੈ ਦੇਖੋ ਆਪਾਂ ਤੇ ਕਹਾਂਗੇ ਕਮਲਾ ਹੈ। ਆਪਣੇ ਉੱਤੇ ਵਿਚਾਰ ਕਰੀਏ ਕਿ ਸਾਡੇ ਅੰਦਰ ਇਹ ਭਰੋਸਾ ਹੈ। ਸਿੱਖ ਉੱਠ ਕੇ ਖੜਾ ਹੋ ਗਿਆ ਤੇ ਅਰਦਾਸ ਕਰਨ ਲੱਗ ਪਿਆ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੁੜੇ। ਇੱਧਰ ਇੱਕ ਰਿਟਾਇਰ ਫੌਜੀ ਸੀ ਤੇ ਉਹਨੇ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰਖਾਉਣੇ ਸੀ ਤੇ ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਤੇ ਗੁਰਦੁਆਰਾ ਸਾਹਿਬ ਤੋਂ ਜਾ ਰਹੇ ਨੇ ਤੇ 5 ਸਿੰਘ ਨਾਲ ਹਨ। ਵੈਸੇ 5 ਦਾ ਮਤਲਬ ਇਹ ਨਹੀਂ ਵੀ ਜ਼ਿਆਦਾ ਨਾ ਹੋਣ, ਜਿੰਨੇ ਵੱਧ ਤੋਂ ਵੱਧ ਹੋਣ, ਪਰ ਘੱਟੋ ਘੱਟ 5 ਤੇ ਹੋਣ। ਪਿਆਰੇ ਘਰ ਵਿੱਚ ਅਖੰਡ ਪਾਠ ਸਾਹਿਬ ਹੁੰਦੇ ਨੇ ਤੇ ਭੋਗ ਪੈਂਦੇ ਨੇ ਨਾ, ਤੇ ਜਦੋਂ ਭੋਗ ਪੈਣੇ ਹੁੰਦੇ ਪਾਠੀ ਸਿੰਘ ਘਰਾਂ ਨੂੰ ਕਹਿੰਦੇ ਜੀ ਆਓ ਜੀ ਸ਼ਲੋਕ ਸ਼ੁਰੂ ਹੋ ਗਏ ਨੇ। ਕਹਿੰਦੇ ਕੋਈ ਨਹੀਂ, ਅਰਦਾਸ ਵਿੱਚ ਵੀ ਨਹੀਂ ਕਈਆਂ ਕੋਲ ਟਾਈਮ, ਬਾਹਰ ਖਾਣ ਪੀਣ ਹੋਰ ਰਸਮਾਂ ਪੂਰੀਆਂ ਕਰਨੇ। ਤੇ ਸੱਚੇ ਪਾਤਸ਼ਾਹ ਦੇ ਸਰੂਪ ਗੁਰਦੁਆਰਾ ਸਾਹਿਬ ਜਾਣੇ ਤੇ ਆਪ ਭਾਈ ਨਾਲ ਚੱਲੀਏ। ਉਹ ਦੂਜੇ ਨੂੰ ਅੰਦਰ ਤੂੰ ਚਲਾ ਜਾ। ਕਿਸੇ ਨੇਤੇ ਨੇ ਆਉਣਾ ਹੋਵੇ ਸਭ ਕੁਝ ਛੱਡ ਕੇ ਪਹਿਲਾਂ ਖੜੇ ਹੈ। ਅਜੇ ਉਹਨੂੰ ਮਿਲਦਿਆਂ ਸਾਰੇ ਆਪਣੇ ਕੰਮ ਦੱਸਣੇ ਸ਼ੁਰੂ ਕਰ ਦੇਣੇ। ਲੋੜ ਜੀ ਹੋਈ ਉਹਨਾਂ ਦੀ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਬੇਨਤੀ ਕਰਨੀ ਪੈਂਦੀ, ਭਾਈ ਚਲੋ ਤੁਸੀਂ। ਉਹ ਕਹਿੰਦੇ ਨਹੀਂ ਮੈਨੂੰ ਛੇਤੀ ਹੈ। ਤੇ ਕਈ ਵਾਰੀ ਅਸੀਂ ਬੱਚਿਆਂ ਦੇ ਛੋਟੇ ਜਿਹੇ ਨੇ ਕਹਿੰਦੇ ਵੀ ਚੱਲ ਭਾਈ 5 ਹੀ ਕਰਨੇ ਨੇ ਪੂਰੇ। ਉਹਦੇ ਮਾਰਨੇ ਥੋੜੀ ਜਿਹੀ ਪਟੋਕੀ, ਚੱਲ ਬਹਿ ਜਾ। ਉਹ ਵਿਚਾਰਾ ਕੀ ਆਖਿਆ, ਉਹਨੇ ਬਹਿ ਜਾਣਾ ਵਿੱਚ 5 ਹੀ ਕਰਨੇ ਪੂਰੇ। ਆਹ ਸਾਡਾ ਹਾਲ ਹੈ। ਨਹੀਂ, ਘੱਟੋ ਘੱਟ 5, ਵੱਧ ਤੋਂ ਵੱਧ ਜਿੰਨੀ ਸੰਗਤ ਹੋਏ। ਅੱਜ ਤੋਂ 50-60 ਸਾਲ ਪਿੱਛੇ ਚਲੇ ਜਾਈਏ, ਦਾਸ ਦੀ ਉਮਰ ਛੋਟੀ ਸੀ, ਦੇਖਿਆ ਜਿਹੜਾ ਉਹ ਪਿਆਰ ਸਤਿਕਾਰ ਸੀ ਨਾ ਉਹ ਸਾਡੇ ਅੰਦਰੋਂ ਘਟ ਗਿਆ। ਉਹ ਪਿਆਰ ਸਤਿਕਾਰ ਨਹੀਂ ਰਿਹਾ ਜਿਨ੍ਹਾਂ ਨੂੰ ਅਸੀਂ ਬਜ਼ੁਰਗਾਂ ਨੂੰ ਅਨਪੜ੍ਹ ਕਹਿੰਦੇ ਆ, ਜਿਹੜੇ ਕੱਚੇ ਮਕਾਨਾਂ 'ਚ ਰਹਿੰਦੇ ਸਨ, ਆਮ ਸੀ। ਸਾਡੇ ਨਾਲ ਉਹਨਾਂ ਦੇ ਅੰਦਰ ਗੁਰੂ ਦਾ ਪਿਆਰ ਜ਼ਿਆਦਾ ਸੀ। ਪਿਆਰਿਆ ਕਿਸੇ ਦੇ ਅਖੰਡ ਪਾਠ ਸਾਹਿਬ ਰੱਖਿਆ ਹੁੰਦਾ ਸੀ, ਜਾ ਜਾ ਕੇ ਬਾਣੀ ਸੁਣਦੇ ਸੀ। ਕਿਤੇ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਹੋਣਾ, ਲਗਾਤਾਰ ਸੰਗਤ ਨੇ ਬੈਠ ਕੇ ਗੁਰੂ ਦੀ ਬਾਣੀ ਸੁਣਨੀ। ਹੁਣ ਉਹ ਗੱਲਾਂ ਘਟ ਗਈਆਂ ਬਹੁਤ ਜ਼ਿਆਦਾ। ਗੁਰਸਿੱਖ ਅਰਦਾਸ ਕਰਦਾ ਤੇ ਜਿਹੜਾ ਫੌਜੀ ਰਿਟਾਇਰ ਸਿੰਘ ਸੀ, ਉਹ ਸਿੰਘਾਂ ਨੂੰ ਨਾਲ ਲੈ ਕੇ ਤੇ ਸੱਚੇ ਪਾਤਸ਼ਾਹ ਦੇ ਸਰੂਪ ਲੈ ਕੇ ਜਾ ਰਿਹਾ। ਤੇ ਉਸ ਰਸਤੇ ਜਿੱਥੇ ਉਸ ਗਲੀ ਦੇ ਵਿੱਚੋਂ ਦੀ ਜਿੱਥੇ ਅੰਦਰ ਸਿੱਖ ਅਰਦਾਸ ਕਰ ਰਿਹਾ, ਤੇ ਕਹਿੰਦੇ ਜਦੋਂ ਬਰਾਬਰ ਸੱਚੇ ਪਾਤਸ਼ਾਹ ਦੇ ਸਰੂਪ ਆਏ ਨਾ, ਜਾ ਰਹੇ ਨੇ, ਤੇ ਬਦਲੀ ਤਾਂ ਪਹਿਲਾਂ ਹੈ ਨਹੀਂ ਸੀ, ਇੱਕਦਮ ਬਦਲੀ ਬਣ ਕੇ ਵਰਨ ਲੱਗ ਪਈ। ਤੇ ਸਿੰਘ ਕਹਿੰਦੇ ਵੀ ਸੱਚੇ ਪਾਤਸ਼ਾਹ ਦੇ ਸਰੂਪ ਹੈ, ਰਮਾਲੇ ਭੇਜਣਗੇ, ਆਪਾਂ ਐਸ਼ ਕਰ ਅੰਦਰ ਚਲੇ ਜਾਈਏ। ਬੈਲ ਵਜਾਈ, ਜਿਵੇਂ ਕਹਿੰਦੇ ਆਪਾਂ ਕੁੰਡਾ ਖੜਕਾਇਆ ਜਾਂ ਦਰਵਾਜ਼ਾ ਖੜਕਾਇਆ, ਤੇ ਜਿਹੜੇ ਅੰਦਰ ਸੀ ਨਾ ਉਹ ਮਜ਼ਾਕ ਨਾਲ ਸਿੱਖ ਨੂੰ ਪਤਾ ਕੀ ਕਹਿੰਦੇ ਆ, ਕਹਿੰਦੇ ਖੋਲ ਬੂਆ ਤੇਰੇ ਗੁਰੂ ਸਾਹਿਬ ਆਏ ਹੋਣੇ ਆ। ਤੇ ਸਿੱਖ ਨੇ ਦਰਵਾਜ਼ਾ ਖੋਲਿਆ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰੱਥ ਗੁਰੂ। ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੈ ਹਰ ਪ੍ਰਭ ਚੀਤ। ਗੁਰੂ ਤੇ ਐਸਾ ਭਰੋਸਾ ਹੋਵੇ
ਗੱਲ ਭਰੋਸੇ ਦੀ ਹੈ। ਪ੍ਰੀਤ ਹੋਵੇ ਤੇ ਪ੍ਰਤੀਤ ਹੋਵੇ। ਸਮਰੱਥ ਗੁਰੂ ਬਾਬਾ ਜੇਠਾ ਜੀ ਨੂੰ ਸਮਰੱਥ ਗੁਰੂ ਮਿਲ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਉੱਥੇ ਹੀ ਰਹਿ ਗਏ। ਬਸ ਸਭ ਕੁਛ ਗੁਰੂ ਨੂੰ ਸੌਂਪ ਦਿੱਤਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ। ਉੱਥੇ ਮੈਂ ਮੇਰੀ ਨਹੀਂ, ਉੱਥੇ ਗੁਰੂ ਦਾ ਹੁਕਮ ਹੈ। ਬਸ ਜੋ ਗੁਰੂ ਦਾ ਹੁਕਮ ਹੈ ਉੱਥੇ ਮਨ ਦੇ ਹੁਕਮ, ਮਨ ਦੀ ਮੱਤ ਖਤਮ ਹੋ ਜਾਂਦੀ ਹੈ। ਅਰਦਾਸ ਵਿੱਚ ਬਚਨ ਹੁੰਦਾ, ਗੁਰਸਿੱਖਾਂ ਦਾ ਮਨ ਨੀਵਾਂ ਮੱਤ ਚੀ। ਮਨ ਨੀਵਾਂ ਹੈ ਮੱਤ ਅੱਗੇ, ਤੇ ਕਿਹੜੀ ਮੱਤ ਅੱਗੇ? ਗੁਰੂ ਦੀ ਮੱਤ ਅੱਗੇ। ਗੁਰ ਕੀ ਮਾਤੂ ਲੇਹ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਗੁਰੂ ਦੀ ਮੱਤ ਅੱਗੇ ਪਿਆਰਿਆ ਸਭ ਕੁਝ ਗੁਰੂ ਨੂੰ ਸੌਂਪ ਦਿੱਤਾ ਤੇ ਸੇਵਾ ਵਿੱਚ ਲੱਗ ਗਏ ਨੇ। ਤੇ ਜਿਸ ਵੇਲੇ ਸੇਵਾ ਵਿੱਚ ਲੱਗ ਗਏ ਨੇ ਨਾ, ਤੇ ਦੇਖੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਉਹਨਾਂ ਦੇ ਮਹਿਲ ਮਾਤਾ ਮਨਸਾ ਦੇਵੀ ਜੀ ਤੇ ਪਰਿਵਾਰ ਬੈਠੇ ਹੈ। ਤੇ ਬੇਟੀ ਬੱਚੀ ਜਵਾਨ ਹੈ ਬੀਬੀ ਭਾਨੀ, ਤੇ ਉਹਦੇ ਵਾਸਤੇ ਵਰ ਦੇਖੋ ਗੁਰੂ ਨੇ ਕਿਹੜਾ ਚੁਣਿਆ ਵਰ। ਸਾਡੇ ਅੰਦਰ ਕੀ ਹੈ? ਅਸੀਂ ਜ਼ਮੀਨਾਂ ਜਾਇਦਾਦਾਂ ਦੀਆਂ ਗਿਣਤੀਆਂ ਕਰਨੇ ਆ ਪਿਆਰਿਓ। ਆਪ ਜੀ ਵੀ ਵਿਚਰਦੇ ਹੋ, ਦਾਸ ਵੀ ਸੰਸਾਰ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਵੀ ਜਾਂਦਾ ਹੈ, ਇਸ ਦੇਸ਼ ਵਿੱਚ ਵੀ। ਤੇ 500 ਏਕੜ ਦੇ ਮਾਲਕ ਤੇ ਉਹਨਾਂ ਦੇ ਲੜਕੇ ਐਸੇ ਨਸ਼ੇ ਪੀਂਦੇ ਆ ਕਿ ਉਹਨਾਂ ਬੱਚਿਆਂ ਦਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ। ਧਿਆਨ ਦੇਣਾ। ਅਸੀਂ ਜ਼ਮੀਨਾਂ ਜਾਇਦਾਦਾਂ ਕਹਿੰਦੇ ਹਾਂ। ਮੈਂ ਕਈ ਵਾਰ ਬੇਨਤੀ ਕਰਨਾ ਜਦੋਂ ਕਿਤੇ ਗੱਲ ਮੈਂ ਨਾ ਵੀ ਭਾਈ ਇੰਨਾ ਦੇਖਿਓ ਨਸ਼ਾ ਤਾਂ ਨਾ ਪੀਂਦਾ ਹੋਵੇ, ਨਸ਼ਿਆਂ ਤੋਂ ਬਚਾ ਹੋਵੇ, ਤੇ ਫਿਰ ਗੁਰਸਿੱਖ ਹੋਵੇ ਤੇ ਉਸ ਤੋਂ ਵੱਡੀ ਗੱਲ ਹੋਰ ਕਿਹੜੀ ਹੈ। ਇੱਕ ਨੌਜਵਾਨ ਬੀਬੀ ਅਮੀਰ ਘਰ ਦੀ, ਤੇ ਅਮੀਰ ਘਰਾਣੇ ਵਿੱਚ ਵਿਆਹੀ ਹੈ, ਤੇ ਮਹਾਂਪੁਰਸ਼ਾਂ ਨੂੰ ਕੀ ਕਹਿ ਰਹੀ ਹੈ। ਧਿਆਨ ਦੇਣਾ। ਆਮ ਬੀਬੀਆਂ ਦੇ ਘਰ ਔਲਾਦ ਨਾ ਹੋਵੇ ਤੇ ਪਿਆਰਿਓ ਜਿਵੇਂ ਆਮ ਕਿਹਾ ਜਾਂਦਾ ਖੂਹੀ ਜਾਲ ਪਾਉਂਦੀਆਂ ਨੇ, ਮੇਰੇ ਘਰ ਬੱਚਾ ਆਵੇ। ਨਾ ਜਾਣ ਵਾਲੇ ਥਾਂ ਵੀ ਜਾ ਜਾ ਕੇ ਮੱਥੇ ਟੇਕਦੀਆਂ ਨੇ। ਜੇ ਕੋਈ ਬੀਬੀ ਸੰਤੋਖ ਚ ਹੈ ਤੇ ਆਲਾ ਦੁਆਲਾ ਪਰਿਵਾਰ ਨਹੀਂ ਜਿਉਣ ਦਿੰਦਾ ਉਹਨੂੰ। ਇਹ ਸੰਸਾਰ ਹੈ। ਆਮ ਤੁਸੀਂ ਅਰਦਾਸਾਂ ਸੁਣਦੇ ਹੋ, ਤੇ ਪਰ ਉਹ ਬੀਬੀ ਮਹਾਂਪੁਰਸ਼ਾਂ ਨੂੰ ਕੀ ਬੇਨਤੀ ਕਰਦੀ ਹੈ? ਕਹਿੰਦੀ ਬਾਬਾ ਜੀ ਮੇਰੀ ਇੱਕ ਬੇਨਤੀ ਹੈ। ਦੱਸ ਬੇਟੀ। ਮਹਾਂਪੁਰਸ਼ ਹਰ ਇੱਕ ਦੀ ਗੱਲ ਸੁਣਦੇ, ਚਾਹੇ ਛੋਟਾ ਜਿਹਾ ਬੱਚਾ ਵੀ ਕਿਉਂ ਨਾ ਹੋਵੇ, ਹਰ ਇੱਕ ਦਾ ਧਿਆਨ ਦੇਣਾ। ਨਿਸ਼ਾਨ ਸਾਹਿਬ ਉੱਥੇ ਸਨ ਤੇ ਦੀਵਾਨ ਸੀ, ਤੇ ਮਹਾਂਪੁਰਸ਼ ਬੈਠੇ ਆ, ਤੇ ਇੱਕ ਸਾਦੇ ਜਿਹੇ ਕੱਪੜੇ 94-95 ਦਾ ਬਚਨ ਹੈ। ਨੌਜਵਾਨ ਹੋਣਾ ਕੋਈ 22-23 ਸਾਲ ਜਾਂ ਘੱਟ ਵੱਧ ਥੋੜਾ, ਤੇ 5000 ਰੁਪਇਆ ਰੱਖ ਦਿੱਤਾ। ਮਹਾਂਪੁਰਸ਼ ਕਹਿੰਦੇ ਬੇਟਾ ਗੱਲ ਸੁਣ, ਅਸੀਂ 5000 ਰੁਪਇਆ ਤੇਰਾ ਲੈਣਾ ਨਹੀਂ। ਦੇਖੋ ਇਹ ਨਾ ਮਹਾਂਪੁਰਸ਼, ਕਿਉਂਕਿ ਸਾਦੇ ਜਿਹੇ ਕੱਪੜੇ ਹੈ, ਆਮ ਗਰੀਬ ਕਰਦਾ, ਤੇ ਇਹ 5000 ਤੇਰੇ ਤੇ 5 ਰੁਪਏ ਹੀ ਬਹੁਤ ਨੇ, ਅਸੀਂ ਨਹੀਂ ਲੈਣੇ ਤੇਰੇ 5। ਦਾਸ ਕੋਲ ਖੜਾ ਸੀ, ਉਹ ਕਹਿੰਦੇ ਨਹੀਂ ਬਾਬਾ ਜੀ ਮੈਂ ਤਾਂ ਦੇਣੇ। ਕਹਿੰਦੇ ਨਾ ਭਾਈ ਤੂੰ 5000 ਕਿਉਂ ਦੇ ਰਿਹਾ? ਕਹਿੰਦਾ ਜੀ ਮੈਂ ਚੰਡੀਗੜ੍ਹ ਸਰਵਿਸ ਲੈਣ ਗਿਆ, ਸਰਵਿਸ ਵਾਸਤੇ ਗਿਆ ਸੀ, ਤੇ ਅਫੀਸਰ ਬਿਲਕੁਲ 30000 ਰੁਪਇਆ ਮੰਗਦਾ ਸੀ, ਤੇ ਮੈਂ ਗਰੀਬ ਹਾਂ। ਮੈਂ ਉੱਥੋਂ ਚੱਲਿਆ ਸਾਈਕਲ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਤੇ ਮੈਂ ਇੱਥੇ 5000 ਲੰਗਰ 'ਚ ਪਾ ਦਿਆਂਗਾ, ਮੇਰੇ ਕੋਲ ਪੈਸੇ ਨਹੀਂ। ਇੱਥੋਂ ਮੈਂ ਵਾਪਸ ਗਿਆ, ਤੇ ਉਹ ਕੀ ਮਾਲਕ ਨੇ ਕਿਰਪਾ ਕੀਤੀ, ਉਹੀ ਅਫੀਸਰ ਜਿਹੜਾ 30000 ਮੰਗਦਾ ਸੀ ਬਿਨਾਂ ਪੈਸੇ ਲੈਣ ਤੇ ਮੈਨੂੰ ਸਰਵਿਸ ਦੇ ਦਿੱਤੀ। ਇਹ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ। ਮੈਂ ਤਾਂ ਜੀ 5000 ਅਰਦਾਸ ਕੀਤੀ ਹੈ। ਮਹਾਂਪੁਰਸ਼ ਕਹਿੰਦੇ ਭਾਈ ਤੇਰੇ 5 ਰੁਪਏ ਵੀ 5000 ਵਰਗੇ ਨੇ। ਬੜਾ ਧਿਆਨ ਦਿੰਦੇ। ਇੱਥੇ ਮੀਟਿੰਗ ਦੇ ਵਿੱਚ ਬਜਾਜ ਪੌਂਟਾ ਸਾਹਿਬ ਵਾਲੇ ਹੁਣ ਚੜ੍ਹਾਈ ਕਰ ਗਏ ਆ, ਉੱਠ ਕੇ ਕਹਿੰਦਾ ਜੀ ਮੈਂ 11000 ਰੁਪਈਆ ਲੰਗਰ ਮਹਾਂਪੁਰਸ਼ ਕਹਿੰਦੇ ਦੇਣਾ, ਤੇਰਾ ਆਪਣਾ। ਬਿਲਕੁਲ ਨਹੀਂ, ਇਹ ਥੋੜਾ ਤੂੰ 11000
ਤੇਰੇ 11 ਰੁਪਏ ਵੀ 11,000 ਵਰਗੇ ਹੈ। ਹਰ ਇੱਕ ਦਾ ਧਿਆਨ ਰੱਖਦੇ ਕਰ ਨਾ ਭਾਈ ਐਸਾ। ਤੇ ਜੇ ਕੋਈ ਅਮੀਰ ਆਕੜ ਖਾ ਆਉਂਦਾ ਸੀ ਤੇ ਉਹਦੀ ਇੱਕ ਵਜਨ ਨਾਲ ਹੀ ਆਕੜ ਭੰਨ ਕੇ ਨਾ ਉੱਤੇ ਕਿਰਪਾ ਕਰ ਦਿੰਦੇ, ਕਰਦੇ ਭਲਾ ਹੀ ਸਨ। ਇੱਕ ਫੋਟੋ ਕੋਲ ਲਈ, ਦਾਸ ਵੀ ਕੋਲ ਐਤਵਾਰ ਆਮ ਹੁੰਦਾ ਸੀ। ਜੇ ਦੂਰ ਜਾਂਦਾ ਸੀ ਬਹੁਤਾ ਜ਼ਿਆਦਾ ਕਿਤੇ ਬੰਬੇ ਕਲਕੱਤੇ ਵੱਲੋਂ ਗੱਲ ਵੱਖਰੀ, ਨਹੀਂ ਤੇ ਐਤਵਾਰ ਨੂੰ ਤੇ ਇੱਥੇ। ਤੇ ਕਹਿੰਦਾ ਜੀ ਆਹ ਮੇਰੀ ਰਾਸ਼ਟਰਪਤੀ ਦੇ ਨਾਲ ਫੋਟੋ ਹੈ ਵੀ ਮਹਾਂਪੁਰਸ਼ ਮੇਰਾ ਉੱਠ ਕੇ ਬੜਾ ਸਤਿਕਾਰ ਕਰਨਗੇ ਵੀ ਬੜਾ ਵੱਡਾ ਬੰਦਾ ਆਇਆ ਹੈ, ਕਿਉਂਕਿ ਉਹ ਕਈ ਥਾਂ ਇਸ ਤਰ੍ਹਾਂ ਹੀ ਨਹੀਂ ਸੀ ਚੱਲਦਾ। ਕਹਿੰਦਾ ਜੀ ਆਹ ਰਾਸ਼ਟਰਪਤੀ ਦੇ ਨਾਲ ਮੈਂ ਰਿਹਾ, ਮੇਰੀ ਆਹ ਫੋਟੋ ਹੈ। ਤੇ ਮਹਾਂਪੁਰਸ਼ ਕਹਿੰਦੇ ਹੋਏਗਾ ਤੂੰ ਰਾਸ਼ਟਰਪਤੀ ਨਾਲ, ਇੱਥੇ ਮੰਗਤਾ ਬਣ ਕੇ ਆਇਆ ਗੁਰੂ ਦੇ ਦਰ ਤੇ, ਗੁਰੂ ਦੇ ਘਰ ਤੇ ਮੰਗਤਾ ਬਣ ਕੇ ਆਇਆ ਨਾ ਤੂੰ, ਹੋਏਗਾ ਤੂੰ ਰਾਸ਼ਟਰਪਤੀ। ਉਹਦੇ ਅੰਦਰ ਜਿਹੜਾ ਹੈ ਨਾ ਭਰਿਆ ਪਿਆ ਕੱਢ ਦਿੱਤਾ, ਗੁਰੂ ਦੇ ਦਰ ਤੇ ਕੁਛ ਬਣ ਕੇ ਨਾ ਆਓ। ਧਿਆਨ ਰੱਖਦੇ ਮਹਾਂਪੁਰਸ਼ ਪਿਆਰੇ ਹਰ ਇੱਕ ਦਾ ਕਿ ਸਭ ਨਾਲ ਪਿਆਰ ਕਰਦੇ, ਸਭ ਸਤਿਕਾਰ ਕਰਦੇ, ਕਿਉਂਕਿ ਇਹ ਗੁਰੂ ਘਰ ਦਾ, ਗੁਰੂ ਘਰ ਗਰੀਬ ਨਵਾਜ, ਗਰੀਬ ਨਵਾਜ। ਅਮੀਰ ਨਵਾਜ ਦੁਨੀਆ ਅੰਦਰ ਤੁਹਾਨੂੰ ਬਥੇਰੇ ਮਿਲਣਗੇ, ਅਮੀਰ ਨਵਾਜ ਤੇ ਬਥੇਰੇ, ਪਰ ਗਰੀਬ ਨਵਾਜ ਤੇ ਗੁਰੂ ਦਾ ਘਰ ਹੈ ਪਿਆਰਿਆ, ਗੁਰੂ ਦਾ ਘਰ। ਮੈਂ ਬੇਨਤੀ ਕਰ ਰਿਹਾ ਸੀ, ਮਹਾਂਪੁਰਸ਼ ਕਹਿੰਦੇ 10 ਧੀਏ 10 ਬੇਟੀ, ਕੀ ਗੱਲ ਹੈ? ਅਮੀਰ ਘਰ ਦੀ ਬੱਚੀ ਕਹਿੰਦੀ ਬਾਬਾ ਜੀ ਮੇਰੀ ਬੇਨਤੀ ਹੈ ਕਿ ਮੈਂ ਮਾਂ ਨਾ ਬਣਾ, ਮੇਰੇ ਘਰ ਕੋਈ ਧੀ ਪੁੱਤਰ ਨਾ ਹੋਵੇ। ਲੈ ਦੱਸੋ, ਮੈਂ ਮਾਂ ਨਾ ਬਣਾ। ਮਹਾਂਪੁਰਸ਼ ਕਹਿੰਦੇ ਧੀਏ ਕੀ ਗੱਲ ਹੈ? ਕਹਿੰਦੀ ਮੇਰਾ ਪਤੀ ਹਰ ਨਸ਼ਾ ਖਾਂਦਾ, ਮਾੜੇ ਤੋਂ ਮਾੜਾ। ਮੈਂ ਪੜ੍ਹੀ ਲਿਖੀ, ਮੈਂ ਜਾਣਨੀ ਹੈ। ਠੀਕ ਹੈ, ਅਮੀਰ ਘਰ 'ਚ ਵਿਆਹੀ ਗਈ, ਅਮੀਰ ਘਰ ਦਾ ਜਨਮ ਸੀ ਤੇ ਅਮੀਰ ਘਰ 'ਚ ਵਿਆਹੀ ਗਈ। ਮੇਰਾ ਪਤੀ ਹਰ ਕਿਸਮ ਦਾ ਨਸ਼ਾ ਖਾਂਦਾ, ਮੈਨੂੰ ਪਤਾ ਹੈ ਜਿਹੜਾ ਬੱਚਾ ਮੇਰੇ ਘਰ ਜਨਮ ਲਏਗਾ ਉਹਨੂੰ ਜੰਮਦੇ ਨੂੰ ਕੈਂਸਰ ਹੋਏਗੀ, ਇਹਦੇ ਨਾਲੋਂ ਮੈਨੂੰ ਔਲਾਦ ਨਹੀਂ ਚਾਹੀਦੀ, ਮੇਰੀ ਇਹ ਅਰਦਾਸ ਕਰ। ਬੇਨਤੀ ਕਰ ਤੋਂ ਭਾਵ ਅਸੀਂ ਕੀ ਦੇਖਦੇ ਹਾਂ ਆਪਣੇ ਧੀਆਂ ਬੱਚੀਆਂ ਵਾਸਤੇ। ਦਿੱਲੀ ਇੱਕ ਘਰ ਗਏ, ਉਹ ਬਜ਼ੁਰਗ ਮਾਤਾ 93 ਦਾ ਬਚਨ ਹੈ, ਸ਼ਮ ਸ਼ਮ ਰੋਂਦੀ ਹੈ, ਆ ਮੇਰੀ ਨੂੰਹ ਹੈ, ਮੇਰਾ ਪੁੱਤਰ ਬੜੇ ਨਸ਼ੇ ਖਾਂਦਾ ਜੀ, ਅਸੀਂ ਬੜੇ ਅਮੀਰ ਸਾਂ, ਅੱਜ ਸਵੇਰੇ ਖਾਣ ਨੂੰ ਹੈ, ਸ਼ਾਮ ਨੂੰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਹਰ ਚੀਜ਼ ਚੱਕ ਕੇ ਲੈ ਜਾਂਦਾ ਹੈ। ਆ ਮੇਰੀ ਨੂੰਹ ਹੈ, ਆ ਮੇਰੀ ਧੀ ਹੈ, ਮੇਰਾ ਦਮਾਦ ਵੀ ਇਹੀ ਕੰਮ ਕਰਦਾ ਹੈ, ਆ ਧੀ ਵੀ ਮੇਰੇ ਘਰ ਬੈਠੀ ਹੈ, ਸਾਡੀਆਂ ਅਮੀਰੀਆਂ ਖਤਮ ਹੋ ਗਈਆਂ, ਨਸ਼ਿਆਂ ਨੇ ਮਾਰ ਦਿੱਤਾ। ਨਸ਼ਾ ਵੱਡਾ ਦੁਸ਼ਮਣ ਹੈ, ਆਪ ਨਸ਼ਿਆਂ ਤੋਂ ਬਚੋ ਤੇ ਆਪਣੇ ਬੱਚਿਆਂ ਨੂੰ ਬਚਾਓ ਨਸ਼ਿਆਂ ਤੋਂ। ਪਿਆਰਿਓ, ਧੀ ਵਾਸਤੇ ਵਰ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹੜਾ ਦੇਖਿਆ, ਵਿਚਾਰ ਹੋਈ ਹੈ। ਭਾਵੇਂ ਉਹ ਆਪਾਂ ਕਈ ਵਾਰ ਪੜ੍ਹਦੇ ਸੁਣਦੇ ਆ, ਆਪਣੇ ਆਪਣੇ ਖਿਆਲ ਨੇ ਵੀ ਉਹ ਇਸ਼ਾਰਾ ਕਰ ਦਿੱਤਾ ਇਸ ਤਰ੍ਹਾਂ, ਨਹੀਂ ਨਹੀਂ, ਮੇਰੇ ਸਮਰੱਥ ਗੁਰੂ ਜਾਣਦੇ ਸਨ। ਸਾਹਿਬ ਕਹਿੰਦੇ ਇਸ ਧੀ ਬੇਟੀ ਭਾਨੀ ਵਾਸਤੇ ਭਾਈ ਜੇਠਾ, ਇਹਦੋਂ ਵੱਡਾ ਵਾਰਸ ਨਹੀਂ ਕੋਈ ਹੋਰ ਹੋ ਸਕਦਾ। ਦੇਖੋ ਜਿਹੜੇ ਧੰਨ ਗੁਰੂ ਰਾਮਦਾਸ ਬਣੇ ਭਾਈ, ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦੇ ਆਨੰਦ ਕਾਰਜ ਵਿਆਹ ਜਿਹੜੇ ਸੀ ਭਾਈ ਜੇਠਾ, ਬਾਬਾ ਜੇਠਾ ਜੀ ਦੇ ਨਾਲ ਕਰ ਦਿੱਤੇ। ਹੁਣ ਇਹ ਦੁਨਿਆਵੀ ਰਿਸ਼ਤਾ ਤੇ ਦਿਮਾਗ ਨੇ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਦੇ, ਪਰ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਬਾਬਾ ਜੇਠਾ ਜੀ ਦਿਮਾਗ ਬਣ ਕੇ ਨਹੀਂ ਰਹੇ, ਸੇਵਕ ਬਣ ਕੇ ਰਹੇ। ਹੋਰ ਨਿਮਰਤਾ, ਦਰਖਤ ਨੂੰ ਫਲ ਲੱਗਦਾ ਡਾਲੀਆਂ ਝੁਕ ਜਾਂਦੀਆਂ, ਗੁਰਮੁਖਾਂ ਨੂੰ ਜਿਉਂ ਜਿਉਂ ਸਤਿਗੁਰ ਦੀ ਬਖਸ਼ਿਸ਼ ਹੁੰਦੀ ਹੈ ਤੇ ਹੋਰ ਨਿਮਰਤਾ ਆਉਂਦੀ ਹੈ। ਪਿਆਰਿਓ, ਸੰਸਾਰੀ ਬੰਦੇ ਨੂੰ ਮਾਣ ਮਿਲੇ, ਸੰਸਾਰੀ ਬੰਦੇ ਕੋਲ ਧਨ ਪਦਾਰਥ ਆਉਣ, ਉਹਦੀ ਤੇ ਹਉਮੈ ਨੂੰ ਹੋਰ ਪੱਠੇ ਪੈ ਜਾਂਦੇ ਆ, ਉਹ ਤੇ ਦੂਜਿਆਂ ਦੇ ਮੋਢਿਆਂ ਦੇ ਉੱਤੇ ਥੁੱਕਦਾ, ਬਸ ਮੇਰੇ ਵਰਗਾ ਕਿਹੜਾ।
ਪਰ ਜਿਹੜੇ ਗੁਰਮੁਖ ਜਨ ਗੁਰਸਿੱਖ ਹਨ ਨਾ, ਜਿਉਂ ਸਾਹਿਬ ਦੀਆਂ ਦਾਤਾਂ ਮਿਲਦੀਆਂ ਨੇ, ਹੰਕਾਰ ਨਹੀਂ, ਉੱਥੇ ਤੇ ਹੰਕਾਰ ਤੇ ਛੁੱਟ ਗਿਆ, ਉੱਥੇ ਹਉਮੈ ਦਾ ਨਾਸ਼ ਹੈ। ਉੱਥੇ ਇੱਕ ਅਰਦਾਸ ਹੈ, ਤੋਦੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਹ ਸਭ ਤੇਰੀ ਵਡਿਆਈ। ਸਤਿਗੁਰ ਦੀ ਸ਼ਰਨ ਵਿੱਚ ਰਹਿ ਕੇ ਤੇ ਸੇਵਾ ਕਰਦੇ ਨੇ, ਤੇ ਉਹ ਸੇਵਾ ਪ੍ਰਵਾਨ ਹੋ ਰਹੀ ਹੈ। ਅਕਬਰ ਬਾਦਸ਼ਾਹ ਦੇ ਕੋਲ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਸੀ ਲੱਗਦਾ, ਸੂਰਜ ਚੜਿਆ ਦੇਖ ਕੇ ਉੱਲੂ ਘਬਰਾਵੇ, ਅੱਡ ਅੱਡ ਮਜ਼ਹਬਾਂ ਦੇ ਜਿਹੜੇ ਕਈ ਮੁਖੀ ਸੀ, ਉਹਨਾਂ ਜਾ ਕੇ ਸ਼ਿਕਾਇਤਾਂ ਲਾਤੀਆਂ ਵੀ ਆਹ ਦੇਖੋ ਕੀ ਬਣ ਰਿਹਾ, ਸਾਰੀਆਂ ਮਰਜ਼ਾਦਾ ਵਿਗਾੜ ਦਿੱਤੀਆਂ। ਇੱਕ ਸੰਗਤ ਇੱਕ ਪੰਗਤ ਸਾਹਿਬ ਨੇ ਉੱਥੇ ਲਿਖ ਕੇ ਲਾਇਆ ਸੀ, ਮੇਰੇ ਗੁਰੂ ਅਮਰਦਾਸ ਮਹਾਰਾਜ ਨੇ, ਪਹਿਲਾਂ ਪੰਗਤੇ ਫਿਰ ਸੰਗਤੇ। ਇਹ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ। ਜਾਤ ਪਾਤ ਊਚ ਨੀਚ ਦਾ ਭੇਦ ਭਰਮ ਖਤਮ ਕੀਤਾ ਕਿ ਸਾਰਿਆਂ ਵਿੱਚ ਇੱਕੋ ਆਤਮਾ ਹੈ। ਅੰਮ੍ਰਿਤ ਦੀ ਦਾਤ ਮਿਲਦੀ ਹੈ ਤੇ ਪੰਜ ਪਿਆਰੇ ਬਖਸ਼ਿਸ਼ ਕਰਦੇ ਨੇ, ਤੁਹਾਡੀ ਜਾਤ ਗੋਤ ਸਭ ਖਤਮ, ਤੁਸੀਂ ਗੁਰੂ ਕੇ ਖਾਲਸੇ ਹੋ, ਗੁਰੂ ਕੇ ਸਿੰਘ ਹੋ। ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੁਹਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਮਾਤਾ ਸਾਹਿਬ। ਅੱਜ ਅੰਮ੍ਰਿਤ ਸੰਚਾਰ 11 ਵਜੇ ਹੋਣਾ, ਤੇ ਅੰਮ੍ਰਿਤ ਸੰਚਾਰ ਦੀ ਬਖਸ਼ਿਸ਼ ਜਦੋਂ ਹੁੰਦੀ ਹੈ ਤੇ ਇੱਕੋ, ਪਰ ਸਾਡੇ ਅੰਦਰ ਬੜੀਆਂ ਕਮੀਆਂ ਨੇ। ਅਸੀਂ ਉੱਥੇ ਦੇ ਉੱਥੇ ਖੜੇ ਹਾਂ। ਮਹਾਰਾਜ ਨੇ ਤੇ ਜਾਤਾਂ ਗੋਤਾਂ ਤੋਂ ਸਾਨੂੰ ਇੱਕ ਪਾਸੇ ਕੀਤਾ, ਵਹਿਮਾਂ ਭਰਮਾਂ ਤੋਂ ਦੂਰ ਕੀਤਾ, ਪਰ ਅਸੀਂ ਤੇ ਗੁਰਦੁਆਰਾ ਸਾਹਿਬ ਵੀ ਜਾਤਾਂ ਦੇ ਨਾਂ ਤੇ ਬਣਾਉਣੇ ਸ਼ੁਰੂ ਕਰ ਦਿੱਤੇ। ਇੱਕ ਨਗਰ 'ਚ 5 ਗੁਰਦੁਆਰੇ ਨੇ, ਜੱਟਾਂ ਦਾ ਹੈ, ਇਹ ਸੈਣੀਆਂ ਦਾ ਹੈ, ਆਹ ਹਰੀਜਨਾਂ ਦਾ ਗੁਰਦੁਆਰਾ ਹੈ। ਵਾਹਿਗੁਰੂ ਜੀ, ਗੁਰੂ ਦਾ ਗੁਰਦੁਆਰਾ ਕਿਹੜਾ ਹੋਇਆ ਭਾਈ? ਆਹ ਜੱਟਾਂ ਦਾ ਹੋ ਗਿਆ, ਆਹ ਸੈਣੀਆਂ ਦਾ ਹੋ ਗਿਆ, ਤੇ ਗੁਰੂ ਦਾ ਗੁਰਦੁਆਰਾ ਤਾਂ ਰਿਹਾ ਨਹੀਂ। ਅਸੀਂ ਗੁਰੂ ਨੂੰ ਕੀ ਦੇ ਰਹੇ ਹਾਂ? ਸੱਚੇ ਪਾਤਸ਼ਾਹ ਅਸੀਂ ਆਹ ਹੀ ਕਰ ਰਹੇ। ਫਿਰ ਤੁਸੀਂ ਤਾਂ ਕਹਿੰਦੇ ਜਾਤ ਗੋਤ ਨਹੀਂ, ਅਸੀਂ ਤਾਂ ਜਾਤਾਂ ਦੇ ਨਾਂ ਦੇ ਗੁਰਦੁਆਰੇ ਬਣਾ ਦਿੱਤੇ ਹੈ। ਅਸੀਂ ਜਦ ਗੱਲ ਕਰਨੇ ਆ, ਅਸੀਂ ਕਹਿੰਦੇ ਆ ਜੱਟ ਸਿੰਘ ਹੈ, ਆਹ ਮਜ਼੍ਹਬੀ ਸਿੰਘ ਹੈ, ਆਹ ਹਰੀਜਨ ਸਿੱਖ ਹੈ, ਆਹ ਕਮੋਹ ਸਿੰਘ ਹੈ। ਅਸੀਂ ਤਾਂ ਸਭ ਕੁਛ ਉਸੇ ਕਰੀ ਜਾਂਦੇ ਭਾਈ। ਕਿੱਧਰ ਗਿਆ ਸਾਡਾ ਅੰਮ੍ਰਿਤ? ਉਹ ਬਖਸ਼ਿਸ਼ ਗੁਰੂ ਦੀ ਅੰਮ੍ਰਿਤ ਸ਼ਕਲ ਤੱਕ ਸੀ, ਉਸ ਤੋਂ ਬਾਅਦ ਫਿਰ ਸਾਡਾ ਉਹੀ ਹਾਲ ਹੈ। ਨਹੀਂ, ਇਸੇ ਕਰਕੇ ਪ੍ਰਚਾਰ ਬਹੁਤ ਹੈ, ਪਰ ਪਿਆਰਿਓ ਜੀਣ ਵਾਲੇ ਪ੍ਰਚਾਰਕਾਂ ਦਾ ਘੱਟ ਹੈ ਤੇ ਮੰਨਣ ਵਾਲਿਆਂ ਦਾ ਘੱਟ ਹੈ। ਅਸੀਂ ਸੁਣਦੇ ਜ਼ਰੂਰ ਹਾਂ, ਲੇਕਿਨ ਖੜੇ ਉੱਥੇ ਦੇ ਉੱਥੇ ਹੀ ਹਾਂ। ਅਸੀਂ ਦੂਜਿਆਂ ਤੱਕ ਪ੍ਰਚਾਰ ਕੀ ਪਹੁੰਚਾਉਣਾ, ਅਸੀਂ ਆਪ ਹੀ ਭੁੱਲੇ ਫਿਰਦੇ ਹਾਂ। ਗੁਰਦੁਆਰਾ ਸਾਹਿਬ ਬਣਨੇ ਚਾਹੀਦੇ ਨੇ, ਪਰ ਜਾਤਾਂ ਗੋਤਾਂ ਦੇ ਨਾਂ ਤੇ ਨਹੀਂ ਬਣਨੇ ਚਾਹੀਦੇ ਪਿਆਰੇ। ਜਦੋਂ ਅਸੀਂ ਨਾਂ ਹੀ ਰੱਖ ਦਿੱਤਾ, ਸੰਨ 9 'ਚ ਦਾਸ ਅਫਰੀਕਾ ਗਿਆ, ਤੇ ਮੈਂ ਕਿਹਾ ਵੀ ਆਪਾਂ ਕਿਸ ਗੁਰਦੁਆਰਾ ਸਾਹਿਬ ਜਾਣਾ, ਤੇ ਭਾਈ ਮਨਦੀਪ ਸਿੰਘ ਨੇ ਦੱਸਿਆ, ਤੇ ਮੈਂ ਕਿਹਾ ਅੱਛਾ, ਫਿਰ ਤੇ ਜੱਟਾਂ ਦਾ ਵੀ ਬਣਿਆ ਖੜਾ। ਆਂਦੇ ਮੈਨੂੰ ਕਹਿੰਦੇ ਤੈਨੂੰ ਮੈਂਬਰ ਬਣਾ ਲੈਂਦੇ ਆ, ਤੂੰ ਵਿੱਚ ਆਪਣਾ ਐਸਰ ਲਿਖਾ ਦੇ। ਤੇ ਮੈਂ ਕਿਹਾ ਨਹੀਂ, ਮੈਂ ਨਹੀਂ। ਚਲੋ ਅਗਲੇ ਸਾਲ ਮੈਨੂੰ ਕਹਿੰਦੇ ਜੀ ਬਣ ਗਿਆ ਜੱਟਾਂ ਦਾ। ਮੈਂ ਬਣਨਾ ਹੀ ਬਣਨਾ ਸੀ ਹੈ। ਜੱਟਾਂ ਨੂੰ ਵੀ ਅਸੀਂ ਕਿਹੜੇ ਘੱਟ ਆ? ਅਸੀਂ ਇਹ ਲੈ ਇਹਨਾਂ ਨੇ ਆਪਣੇ ਨਾਂ ਬਣਾਇਆ ਤੇ ਜੱਟ ਦੀ ਆਕੜ ਹੈ, ਅਸੀਂ ਨਹੀਂ ਬਣਾ ਸਕਦੇ। ਉਹ ਦੂਜਾ ਤੀਜਾ, ਆਹ ਸਾਡਾ ਹਾਲ ਹੈ। ਹੁਣ ਜਦੋਂ ਜੱਟਾਂ ਦਾ ਗੁਰਦੁਆਰਾ, ਦੂਜਾ ਉੱਥੇ ਕਿਹੜਾ ਜਾਊਗਾ? ਆਹ ਹਰੀਜਨਾਂ ਦਾ ਗੁਰਦੁਆਰਾ ਲੈ ਦੱਸੋ, ਆਹ ਸੈਣੀਆਂ ਦਾ ਗੁਰਦੁਆਰਾ ਹੈ, ਫਿਰ ਦੂਜੇ ਜਾਣੋਂ ਹੀ ਹਟ ਜਾਂਦੇ ਆ। ਫਿਰ ਅਸੀਂ ਨਾ ਪਿਆਰ, ਇਹ ਸਾਡੀ ਵੱਡੀ ਭੁੱਲ ਹੈ ਸਭ ਦੀ। ਅਸੀਂ ਭੁੱਲ ਗਏ ਗੁਰੂ ਨੂੰ। ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿੱਥੇ ਸੰਗਤ ਤੇ ਪੰਗਤ ਇੱਕ ਬਰਾਬਰਤਾ ਹੈ। ਚਾਹੇ ਅਕਬਰ ਬਾਦਸ਼ਾਹ ਆ ਤਾਂ ਵੀ ਪੰਗਤ 'ਚ ਬਿਠਾ ਕੇ ਲੰਗਰ ਛਕਾਇਆ ਮੇਰੇ ਗੁਰੂ ਅਮਰਦਾਸ ਮਹਾਰਾਜ ਨੇ। ਤੇ ਸ਼ਿਕਾਇਤਾਂ ਲਾਈਆਂ, ਕਹਿੰਦੇ ਆ ਕੀ? ਆ ਵੇਖੋ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਘਰ ਹੈ। ਇੱਥੇ ਤਾਂ ਖੱਤਰੀ ਬ੍ਰਾਹਮਣ ਸੂਦ ਵੈਸ ਵਿਦੇਸ਼ 'ਚ ਉਹ ਵਰਨਾ ਕੋ ਸਾਂਝਾ, ਇੱਥੇ ਇੱਕ ਸੰਗਤ ਹੈ, ਇੱਕ ਪੰਗਤ ਹੈ। ਤੇ ਸ਼ਿਕਾਇਤਾਂ ਲਾਈਆਂ ਅਕਬਰ ਬਾਦਸ਼ਾਹ ਕੋਲ, ਤੇ ਉਹਨੇ
ਪਰਵਾਨਾ ਭੇਜਿਆ। ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਬੁਲਾਇਆ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਜੇਠਾ ਜੀ ਨੂੰ ਬੁਲਾਇਆ ਵੀ ਜਾਓ, ਤੁਸੀਂ ਜਾਓ ਲਾਹੌਰ। ਤੇ ਬਾਬਾ ਜੇਠਾ ਜੀ ਨੇ ਨਾ ਹੱਥ ਜੋੜੇ। ਦੇਖੋ ਸੱਚੇ ਪਾਤਸ਼ਾਹ ਆਪ ਜੀ ਮੈਨੂੰ ਭੇਜ ਰਹੇ ਹੋ। ਵੇਖੋ ਸਮਰੱਥ ਸਤਿਗੁਰੂ ਦੇ ਸੇਵਕ ਨੇ, ਗੁਰੂ ਨਾਲ ਭੇਦ ਨੇ, ਤੇ ਬੇਨਤੀ ਕਰਦੇ ਆ ਵੀ ਸੱਚੇ ਪਾਤਸ਼ਾਹ ਉੱਥੇ ਬੜੇ ਬੜੇ ਪੰਡਤ, ਬੜੇ ਬੜੇ ਕਾਜੀ, ਤੇ ਮੈਂ ਤਾਂ ਕੋਈ ਵੇਦ ਨਹੀਂ ਪੜ੍ਹੇ, ਕੋਈ ਕਿਤਾਬ ਨਹੀਂ ਪੜ੍ਹੇ, ਮੈਂ ਤਾਂ ਤੁਹਾਡਾ ਨਿਮਾਣਾ ਜਿਹਾ ਸੇਵਕ ਹਾਂ। ਉੱਥੇ ਤੇ ਬੜੇ ਬੜੇ ਕਾਜੀ, ਬੜੇ ਬੜੇ ਪੰਡਤ ਵਿਦਵਾਨ, ਤੇ ਮੇਰੇ ਸਾਹਿਬ ਕਹਿੰਦੇ ਸਾਰੀਆਂ ਵਿਦਿਆ ਤੁਹਾਡੇ ਕੋਲ। ਜਿੱਥੇ ਜਿਹੜਾ ਗੁਰੂ ਨਾਲ ਜੁੜਿਆ ਨਾ, ਚਾਹੇ ਉਹ ਪੜ੍ਹਿਆ ਤੇ ਚਾਹੇ ਨਹੀਂ ਪੜ੍ਹਿਆ, ਜਿਹੜਾ ਗੁਰੂ ਨਾਲ ਜੁੜ ਗਿਆ, ਸਾਹਿਬ ਕਹਿੰਦੇ ਸਾਰੀਆਂ ਬਖਸ਼ਾਂ ਗੁਰੂ ਵੱਲੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ, ਜਾਓ। ਤੇ ਜਦ ਲਾਹੌਰ ਗਏ ਤੇ ਉੱਥੇ ਬੜੇ ਬੜੇ ਵਿਦਵਾਨ ਸੀ, ਤੇ ਮੇਰੇ ਸਤਿਗੁਰ ਦੀ ਕਿਰਪਾ ਬਾਬਾ ਜੇਠਾ ਜੀ ਤੇ ਨਿਰੁੱਤਰ ਹੋ ਗਏ ਸਾਰੇ। ਤੇ ਉੱਥੇ ਅਕਬਰ ਬਾਦਸ਼ਾਹ ਨੇ ਫਿਰ ਪਤਾ ਕੀ ਆਖਿਆ ਸੀਗਾ, ਕਿਉਂਕਿ ਜਿਹੜੇ ਚੁਗਲੀ ਲਾਉਂਦੇ ਸੀ, ਨਿੰਦਿਆ ਕਰਦੇ ਸੀ ਗੁਰੂ ਘਰ ਦੇ, ਉਹਨਾਂ ਦੇ ਸਿਰ ਜਿਹੜੇ ਸੀ ਨਾ ਨੀਵੇਂ ਹੋ ਗਏ, ਕਿਸੇ ਨੂੰ ਜਵਾਬ ਹੀ ਨਹੀਂ ਆਉਂਦਾ। ਤੇ ਅਕਬਰ ਬਾਦਸ਼ਾਹ ਕਹਿਣ ਲੱਗਾ, ਕਹਿੰਦਾ ਕਿ ਰੱਬ ਤੇ ਰੱਬ ਦੇ ਬੰਦਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ। ਬਾਬਾ ਜੇਠਾ ਜੀ ਨੂੰ ਰੱਬ ਦਾ ਬੰਦਾ, ਭਾਵ ਉਹ ਜਿਹੜੇ ਕਾਜੀ ਤੇ ਪੰਡਤ ਸਨ, ਉਹ ਤੁਸੀਂ ਰੱਬ ਦੇ ਬੰਦੇ ਨਹੀਂ, ਤੁਸੀਂ ਮਾਇਆ ਦੇ ਬੰਦੇ ਹੋ। ਇਹ ਰੱਬ ਦੇ ਨੇ। ਅਕਬਰ ਬਾਦਸ਼ਾਹ ਕਹਿੰਦਾ ਰੱਬ ਤੇ ਰੱਬ ਦੇ ਬੰਦਿਆਂ ਵਿੱਚ ਕੋਈ ਭੇਦ ਨਹੀਂ ਹੁੰਦਾ। ਤੇ ਅਗਲੀ ਗੱਲ ਜਿਹੜੀ ਅਕਬਰ ਬਾਦਸ਼ਾਹ ਨੇ ਕਹੀ ਵੀ ਤੁਸੀਂ ਇਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ, ਇਹਨਾਂ ਦੀ ਬਰਾਬਰੀ ਨਹੀਂ। ਕਿਉਂ? ਇਹਨਾਂ ਇਸ ਘਰ ਦੀ ਬਰਾਬਰੀ ਕਿਹੜਾ ਕਰੇਗਾ ਜਿੱਥੇ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਸ਼ਰਮਸ਼ਾਰ ਹੋਏ ਤੇ ਗੁਰੂ ਘਰ ਦੀ ਜੈ ਜੈਕਾਰ ਹੋਈ। ਤੇ ਅਕਬਰ ਨੇ ਸਿਰ ਝੁਕਾਇਆ। ਤੇ ਬਾਬਾ ਜੇਠਾ ਜੀ ਹੁਣ ਲਾਹੌਰ ਨੇ ਤੇ ਵਾਪਸ ਆਉਣਾ, ਤੇ ਬਾਜ਼ਾਰ ਦੇ ਵਿੱਚੋਂ ਦੀ ਲੰਘ ਰਹੇ ਨੇ। ਜਿਸ ਵੇਲੇ ਲੰਘ ਰਹੇ ਨੇ ਤੇ ਬਹੁਤ ਸੁੰਦਰ ਕੱਪੜਾ ਹੈ, ਬਸਤਰ। ਬੇਨਤੀ ਕਰਾਂ, ਜਦੋਂ ਕੋਈ ਵੀ ਚੀਜ਼ ਚੰਗੀ ਕੀਮਤੀ ਹੋਵੇ, ਇਸ ਜਾਂ ਬਹੁਤ ਚੰਗੀ ਚੀਜ਼ ਹੋਵੇ, ਤੇ ਜਿਹਦੇ ਨਾਲ ਪਿਆਰ ਹੈ ਨਾ, ਉਹ ਹੀ ਸਾਹਮਣੇ ਆਉਂਦਾ। ਦੇਖੋ ਵੀ ਆ ਮੈਂ ਉਹਨਾਂ ਦੇ। ਹੁਣ ਸਿੱਖ ਦਾ ਪਿਆਰ ਗੁਰੂ ਨਾਲ ਹੈ। ਤੇ ਬਾਬਾ ਜੇਠਾ ਜੀ ਨੇ ਨਾ ਉਹ ਬਸਤਰ ਲਿਆ, ਸੋਹਣਾ ਚੋਲਾ ਤਿਆਰ ਕੀਤਾ, ਤੇ ਆ ਨੇਤਰ ਬੰਦ ਕਰਕੇ ਵੀ ਜਦੋਂ ਮੇਰੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਪਾਉਣਗੇ, ਇਸ ਤਰ੍ਹਾਂ ਲੱਗਣਗੇ। ਤੇ ਇੱਧਰ ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਬੈਠੇ, ਇਸ ਤਰ੍ਹਾਂ ਕਰੇ, ਕਦੀ ਹੱਥਾਂ ਚੱਕ ਲੈਂਦੇ, ਕਦੀ ਆ, ਤੇ ਕਹਿੰਦੇ ਬੜਾ ਹੀ ਸੋਹਣਾ ਚੋਲਾ ਹੈ। ਲੈ ਦੇਖੋ, ਉਹ ਲਾਹੌਰ ਹੈ। ਚੋਲਾ ਲੈ ਲਿਆ, ਜਾ ਰਹੇ ਨੇ ਤੇ ਕਰੋਤੇ ਅੰਬ ਨੇ, ਤੇ ਖਿਆਲ ਆਇਆ ਇਹ ਸੱਚੇ ਪਾਤਸ਼ਾਹ ਵਾਸਤੇ, ਸ਼ਕਲ ਵਾਸਤੇ ਮੈਂ ਲੈ ਜਾਵਾਂ, ਤੇ ਅੰਬ ਵੀ ਲੈ ਲਿਆ। ਜਿਸ ਵੇਲੇ ਲਾਹੌਰ ਤੋਂ ਵਾਪਸ ਆਏ ਨੇ, ਤੇ ਆਪ ਜੀ ਨੇ ਰਸਤੇ 'ਚ ਰੁਕਣਾ ਸੀ ਰਾਤ, ਤੇ ਭੈਰੋਵਾਲ ਨਗਰ ਆ ਕੇ ਰਾਤ ਪੈ ਗਈ। ਤੇ ਵੇਖਿਆ ਉਹ ਜਿਹੜਾ ਅੰਬ ਹੈ ਨਾ, ਗਰਮੀ ਕਰਕੇ ਉਹ 'ਚੋਂ ਰਸ ਨਿਕਲਣਾ ਸ਼ੁਰੂ ਹੋ ਗਿਆ ਵੀ ਇਹ ਤੇ ਪਹੁੰਚਣਾ ਨਹੀਂ ਗੋਇੰਦਵਾਲ ਸਾਹਿਬ। ਤੇ ਗੁਰੂ ਦਾ ਧਿਆਨ ਧਰ ਕੇ ਗੁਰੂ ਅਮਰਦਾਸ ਮਹਾਰਾਜ ਤੇ ਆਪ ਅੰਬ ਚੂਪ ਰਹੇ ਬਾਬਾ ਜੇਠਾ ਜੀ। ਤੇ ਇੱਧਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬੜਾ ਹੀ ਸਵਾਦੀ ਹੈ ਅੰਬ, ਬੜਾ ਹੀ ਸਵਾਦ ਆ ਰਿਹਾ। ਕਈਆਂ ਦਾ ਖਿਆਲ ਹੈ ਵੀ ਇਹ ਗੱਲ ਕਿਵੇਂ ਹੋ ਗਈ ਜੀ, ਵੀ ਚੋਲਾ ਉੱਥੇ ਪਾਉਂਦੇ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਸ ਗੋਇੰਦਵਾਲ ਸਾਹਿਬ ਕਹਿੰਦੇ ਬੜਾ ਹੀ ਸੋਹਣਾ ਚੋਲਾ ਹੈ। ਤੇ ਅੰਬ ਭੈਰੋਵਾਲ ਨਗਰ ਛਕ ਰਹੇ ਨੇ ਬਾਬਾ ਜੇਠਾ ਜੀ, ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬੜਾ ਸਵਾਦ ਆ ਰਿਹਾ। ਇਹ ਖਿਆਲ ਐਸੇ ਤਾਂ ਆਉਣਗੇ ਜੇ ਅਸੀਂ ਸਿਮਰਨ ਤੋਂ ਖਾਲੀ ਹਾਂ ਤੇ ਬਾਣੀ ਤੋਂ ਖਾਲੀ ਹਾਂ। ਧਿਆਨ ਦੇਣਾ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਜੇ ਅਸੀਂ ਖਾਲੀ ਹਾਂ ਤੇ ਭਾਈ ਇਹੋ ਜਿਹੀ ਤਰਕਾਂ ਆਉਣੀਆਂ ਨੇ।
ਤੇ ਜੇ ਅਸੀਂ ਗੁਰੂ ਦੀ ਬਾਣੀ ਪੜ੍ਹਨੇ ਆ ਤੇ ਸ਼ਾਮ ਨੂੰ ਰਹਿ ਰਾਸ ਵਿੱਚ ਕੀ ਬਚਨ ਹੁੰਦਾ ਰੋਜ਼, ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਚੜਿਆ ਸ਼ਰਿਆ, ਤਿਨ ਕਮਨ ਖਿਲਾਵੈ ਕਣ ਚਗਾਵੈ ਮਨ ਮੈਂ ਸਿਮਰਨ ਕਰਿਆ। ਕੂੰਜਾਂ ਪਹਾੜਾਂ ਵਿੱਚ ਆਂਡੇ ਦੇ ਆਉਂਦੀਆਂ ਨੇ, ਸੈਂਕੜੇ ਕੋ ਦੂਰ ਆ ਜਾਂਦੀਆਂ ਨੇ ਤੇ ਸਿਮਰਨ ਸ਼ਕਤੀ ਨਾਲ ਉਹਨਾਂ ਬੱਚਿਆਂ ਨੂੰ ਚੋਗਾ ਪਹੁੰਚਦਾ ਹੈ। ਇੱਕ ਪੰਛੀ ਯਾਦ ਸ਼ਕਤੀ ਨਾਲ, ਸਿਮਰਨ ਸ਼ਕਤੀ ਨਾਲ ਆਪਣੇ ਬੱਚਿਆਂ ਨੂੰ ਚੋਗਾ ਪਹੁੰਚਾ ਸਕਦਾ ਤੇ ਸਿੱਖ ਕੀ ਨਹੀਂ ਕਰ ਸਕਦਾ। ਉਹ ਚੋਗਾ ਅੱਜ ਦੇ ਸਾਇੰਸਦਾਨ ਵੀ ਮੰਨਦੇ ਆ, ਪੰਛੀ ਚੋਗਾ ਪਹੁੰਚਾ ਰਿਹਾ, ਸਿਮਰਨ ਯਾਦ ਸ਼ਕਤੀ। ਗੋਂਦਵਾਲ ਸਾਹਿਬ ਦੀ ਹੀ ਸਾਖੀ ਆਉਂਦੀ ਹੈ ਕਿ ਇੱਕ ਬੀਬੀ ਕਾਬਲ ਤੋਂ ਆਉਂਦੀ ਹੈ ਤੇ ਸੇਵਾ ਕਰਦਿਆਂ ਕਿਸੇ ਚੀਜ਼, ਸੇਵਾ ਕਰਦਿਆਂ ਹਵਾ 'ਚ ਹੀ ਹੱਥ ਨਾਲ ਝੂਟਾ ਦਿੰਦੀ ਹੈ। ਬੜੀ ਚਰਚਾ ਚੱਲੀ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਬਚਨ ਹੋਇਆ। ਸਾਹਿਬ ਕਹਿੰਦੇ ਬੇਟੀ ਕਿੱਥੋਂ ਆਉਣੀ ਹੈ, ਕਾਹਦੇ ਤੇ ਆਉਣੀ ਹੈ, ਤੇ ਹਵਾ ਝੂਟਾ ਕਾਹਦਾ ਦੇਣੀ ਹੈ। ਸੱਚੇ ਪਾਤਸ਼ਾਹ ਮੈਂ ਕਾਬਲ ਤੋਂ ਆਉਣੀ ਹਾਂ। ਆਪ ਜੀ ਦਾ ਬਖਸ਼ਿਆ ਹੋਇਆ ਛੋਟਾ ਬੱਚਾ ਦੁੱਧ ਪਿਆ ਕੇ ਉਹਨੂੰ ਭੂੜੇ 'ਚ ਪਾ ਕੇ ਅਰਦਾਸ ਕਰਕੇ ਮੈਂ ਇੱਥੇ ਪਹੁੰਚਣੀ ਆ ਤੇ ਸੇਵਾ ਕਰਦਿਆਂ ਮੈਂ ਦੇਖਣੀ ਆ ਜਦੋਂ ਬੱਚਾ ਰੋਂਦਾ ਤੇ ਮੈਂ ਇੱਥੋਂ ਹੀ ਝੂਟਾ ਦੇ ਦੇਣੀ ਆ। ਲੋੜ ਹੈ ਅਸੀਂ ਸਿਮਰਨ ਕਰੀਏ ਤੇ ਬਾਣੀ ਪੜ੍ਹੀਏ ਤੇ ਹਿਰਦੇ ਵਿੱਚ ਵਸਾਈਏ ਪਿਆਰ। ਊੜੇ ਊੜਾਵੈ ਸੈ ਕੋਸਾ ਤਿਸ ਪਾਛੈ ਬਚੜਿਆ ਸ਼ਰਿਆ, ਤਿਨ ਕਵਣ ਖਿਲਾਵੈ ਕਣ ਚਗਾਵੈ ਮਨ ਮੈਂ ਸਿਮਰਨ ਕਰਿਆ। ਤੇ ਗੁਰਸਿੱਖ ਤੇ ਕਿਹੜੀ ਬਖਸ਼ੀ ਨੇ। ਜਦੋਂ ਬਾਬਾ ਜੇਠਾ ਜੀ ਅਗਲੇ ਦਿਨ ਆਏ ਨੇ ਨਾ ਗੋਂਦਵਾਲ ਸਾਹਿਬ, ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵਾਹ ਵਾਹ, ਝੋਲਾ ਵੀ ਤੁਹਾਡਾ ਬੜਾ ਹੀ ਸੋਹਣਾ ਜਿਹੜਾ ਸਾਨੂੰ ਪਵਾਇਆ, ਤੇ ਜਿਹੜੇ ਅੰਬ ਛਕਾਏ ਨੇ ਨਾ ਕਹਿੰਦੇ ਬੜਾ ਹੀ ਸਵਾਦੀ ਸੀ। ਤੇ ਲਿਖਿਆ ਇਹ ਵੀ ਲਿਖਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਗਿਟਕ ਦਿੱਤੀ ਸੀ ਅੰਬ ਦੀ, ਭਾਈ ਬੱਲੂ ਆ ਰੱਖ ਲੈ, ਉਹ ਦਿਖਾ ਦਿੱਤੀ। ਇਹ ਇੱਕ ਪਿਆਰ ਗੁਰੂ ਦੇ ਨਾਲ, ਤੇ ਗੁਰੂ ਦਾ ਹੁਕਮ ਮੰਨਿਆ। ਜੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਥੜੇ ਬਣਾਓ ਤੇ ਚਾਹੇ 7 ਵਾਰੀ ਬਣਾਉਣੇ ਪਏ, ਬਣਾਈ ਗਏ, ਢਾਈ ਗਏ, ਤੇ ਅਖੀਰ ਉਸ ਸੇਵਾ ਨੂੰ ਫਲ ਲੱਗਾ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਕ ਸਮਲ ਬੰਨੇ। ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਜੋਤ ਬਾਬਾ ਜੇਠਾ ਜੀ ਦੇ ਅੰਦਰ ਰੱਖੀ। ਉਹ ਗੁਰੂ ਨਾਨਕ ਸਾਹਿਬ ਬਣ ਗਏ, ਚੌਥੇ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਪਿਆਰਿਆ। ਤੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਬਖਸ਼ਾਂ ਸਦਾ ਹੀ ਹੋ ਰਹੀਆਂ ਤੇ ਸਦਾ ਹੀ ਹੁੰਦੀਆਂ ਰਹਿਣਗੀਆਂ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਜਿਹੜੇ ਸੋਚਦੇ ਸੀ ਜਦੋਂ ਛੋਟੀ ਉਮਰ ਸੀ ਲਾਹੌਰ ਨਾਨੀ ਨਾਲ ਜਾ ਰਹੇ ਸੀ ਵੀ ਕਿੱਥੋਂ ਖਾਣਗੇ, ਇਹਦਾ ਥਾਂ ਕੋਈ ਨਹੀਂ, ਤੇ ਉਹ ਤੇ ਗੁਰੂ ਰਾਮਦਾਸ ਨੇ ਥਾਵਿਆਂ ਦੇ ਥਾਂ। ਉਹ ਗੁਰੂ ਰਾਮਦਾਸ ਦੇ ਘਰ ਤੋਂ ਲੱਖਾਂ ਰੋਜ਼ ਛਕਦੇ ਆ, ਤੋਟ ਨਾ ਆਵੇ ਵੱਧ ਜਾਈ। ਤੇ ਅਸੀਂ ਸਤਿਗੁਰ ਦੇ ਬਚਨਾਂ ਨੂੰ ਹਿਰਦੇ 'ਚ ਵਸਾਈਏ, ਅੰਮ੍ਰਿਤ ਵੇਲਾ ਸੰਭਾਲੀਏ। ਜਿੱਥੇ ਹੋਰ ਬੇਅੰਤ ਬਖਸ਼ਾਂ ਗੁਰੂ ਰਾਮਦਾਸ ਨੇ ਕੀਤੀਆਂ, ਤੇ ਉੱਥੇ ਸਾਨੂੰ ਜਿਹੜਾ ਹੁਕਮ ਕੀਤਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਿਆਮ ਧਿਆਵੈ। ਤੇ ਆਪਾਂ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਨਮਸਕਾਰ ਕਰੀਏ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਅਸੀਂ ਅੰਮ੍ਰਿਤ ਵੇਲਾ ਸੰਭਾਲ ਸਕੀਏ, ਤੇ ਸਾਡੇ ਤੇ ਉਹ ਕਿਰਪਾ ਕਰ ਦੋ, ਉਸ ਅੰਮ੍ਰਿਤ ਦੀ ਦਾਤ ਬਖਸ਼ ਦੋ। ਅੰਮ੍ਰਿਤ ਪੀਵੈ ਅਮਰ ਸੋ ਹੋਏ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਡਭਾਗੇ ਨੇ। ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ ਆਪਣੇ ਜੀਵਨ ਨੂੰ ਸਫਲ ਕਰੀਏ। ਨਗੁਰੇ ਨਾਲ ਸੰਸਾਰ ਤੋਂ ਜਾਈਏ। ਜਿਨ੍ਹਾਂ ਨਹੀਂ ਛਕਿਆ ਭਾਈ ਉਹ ਗੁਰੂ ਵਾਲੇ ਬਣੋ। ਅੱਜ ਖੰਡੇ ਬੜ ਦਾ ਅੰਮ੍ਰਿਤ ਇਸ ਸਥਾਨ ਤੇ 11 ਵਜੇ ਤੋਂ ਬਾਅਦ ਤਿਆਰ ਹੋਣਾ ਕਿ ਇਸ਼ਨਾਨ ਕਰਕੇ ਸਾਫ ਵਸਤਰ ਪਹਿਨ ਕੇ ਆਪ ਜੀਆਂ ਨੇ ਪਹੁੰਚ ਜਾਣਾ। ਹੁਣ ਆਨੰਦ ਸਾਹਿਬ ਅਰਦਾਸ ਸੱਚੇ ਪਾਤਸ਼ਾਹ ਹੁਕਮਨਾਮੇ ਸਰਵਣ ਹੋਣਗੇ। ਕੜਾਹ ਪ੍ਰਸ਼ਾਦੇ ਦੇਗਾ ਵਰਤਾਈਆਂ ਜਾਣਗੀਆਂ, ਤੇ ਥੋੜ੍ਹੀ ਦੇਰ ਦੇ ਨਾਲ ਹੀ ਕਰੀਬ ਕੀਰਤਨ ਜਿਹੜੇ ਉਹ ਸ਼ੁਰੂ ਹੋ ਜਾਣੇ। ਦਿਨ ਦੇ ਵਿੱਚ ਭਾਈ ਜਸਵੰਤ ਸਿੰਘ ਜੀ ਦੱਸ ਦੇਣਗੇ। ਕਈ ਮਹਾਂਪੁਰਸ਼ ਤੇ ਵਿਦਵਾਨ ਆ ਰਹੇ ਨੇ। ਫਿਰ ਰਾਤ ਦਾ ਪ੍ਰੋਗਰਾਮ ਵੀ ਹੈ, ਤੇ ਰਾਤ ਨੂੰ ਕਰੀਬ 11:30 ਵਜੇ ਸੰਪੂਰਨਤਾ ਸਾਧ-ਸੰਗ ਜੀ ਹੋਏਗੀ। ਸਾਰੇ ਸੇਵਾ ਵਿੱਚ ਲੱਗੇ ਹੋਏ ਨੇ ਮਾਈ ਭਾਈ। ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਰਹਿਮਤਾਂ ਕਰਨ। ਸ਼੍ਰੀਮਾਨ ਬਾਬਾ ਕਰਨੈਲ ਸਿੰਘ ਜੀ ਦਿਨ ਰਾਤ ਜਿਨ੍ਹਾਂ ਨੇ ਜਿਸ ਵੇਲੇ ਤੋਂ ਸੇਵਾ ਲਈ ਜੋੜਾ ਵੀ ਨਹੀਂ ਪਾਇਆ,
ਹੋਰ ਕਿੰਨੇ ਗੁਰਮੁਖ ਪਿਆਰੇ ਇਸ ਸਥਾਨ ਤੇ ਜਿਨ੍ਹਾਂ ਨੇ ਸਾਰਾ ਜੀਵਨ ਦਿੱਤਾ ਹੋਇਆ ਹੈ। ਪਿਆਰੇ ਨਾਂ ਲੈਣ ਲੱਗੀਏ ਬਹੁਤ ਵੱਡੀ ਗਿਣਤੀ ਹੈ ਤੇ ਸਾਰੇ ਹੀ ਇੱਕ ਤੋਂ ਇੱਕ ਚੜ੍ਹਦੀਆਂ। ਤੇ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਕਿ ਭਾਈ ਅਸੀਂ ਸਾਰੇ ਹੀ ਸੇਵਾਦਾਰ ਹਾਂ। ਗੁਰੂ ਕੀ ਸੰਗਤ ਭਾਵੇਂ ਇਹ ਸੀ ਕਿ ਕਰੋਨਾ ਵਾਇਰਸ ਕਰਕੇ ਬਹੁਤ ਛੋਟਾ ਪ੍ਰੋਗਰਾਮ ਜਿਹੜਾ ਹੈ ਵੀ ਥੋੜ੍ਹੀ ਸੰਗਤ, ਪਰ ਫਿਰ ਵੀ ਸੰਗਤ ਪਿਆਰ ਵਿੱਚ ਪਹੁੰਚ ਰਹੀ ਹੈ। ਭਾਈ ਆਪਣੇ ਆਪ ਹੀ ਸਾਰੀ ਸੰਗਤ ਨੂੰ ਦਾਸ ਸੀਸ ਝੁਕਾਉਂਦਾ ਹੈ। ਸਥਾਨ ਦੇ ਜਿੰਨੇ ਵੀ ਗੁਰੂ ਪਿਆਰੇ ਸੇਵਾ ਕਰਦੇ, ਮਾਈ ਭਾਈ, ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਸਾਰੇ ਸਿੰਘ ਜਿੰਨੇ ਲੱਗੇ ਹੋਏ ਆ। ਤੇ ਬਾਕੀ ਬੇਨਤੀ ਹੈ ਕਿਉਂਕਿ ਸੇਵਾ ਇੱਕ ਸਿੰਘ ਦੀ ਨਹੀਂ, ਟੀਮ ਵਰਕ ਹੈ। ਕਿਸੇ ਦੀ ਅੱਡ ਕਿਤੇ ਲੰਗਰਾਂ ਵਿੱਚ ਹੈ, ਕਿਤੇ ਧਰਤੀ, ਕਿਤੇ ਸਕੂਲਾਂ ਦੇ, ਕਿਤੇ ਕਾਲਜਾਂ, ਕਿਤੇ ਆਤਮ ਮਾਰਗ, ਕਿਤੇ ਹਸਪੀਟਲ ਹੈ, ਕਿਤੇ ਕੀਰਤਨ ਦੀ ਸੇਵਾ, ਸਾਰੇ ਲੱਗੇ ਹੋਏ ਸਾਰੇ। ਤੇ ਇਸ ਕਰਕੇ ਮਹਾਰਾਜ ਕਿਰਪਾ ਕਰਨ, ਇਹ ਜਿਹੜੇ ਸਵਾਸ ਨੇ ਸਾਧ ਸੰਗਤ ਲੇਖੇ 'ਚ ਲੱਗ ਜਾਣ। ਵੱਧ ਤੋਂ ਵੱਧ ਸਮਾਂ ਇੱਥੇ ਗੁਰੂ ਦਰਬਾਰ ਵਿੱਚ। ਤੇ ਰਾਤ ਦਾ ਪ੍ਰੋਗਰਾਮ ਜਿਹੜਾ ਉਹ 11:30 ਵਜੇ ਸਾਧ ਸੰਗਤ ਜੀ ਸੰਪੂਰਨਤਾ ਹੋਣੀ ਹੈ। ਸਾਰਾ ਪ੍ਰੋਗਰਾਮ ਆਪ ਜੀ ਨੇ ਸਾਧ ਸੰਗਤ ਜੀ ਸਰਵਣ ਕਰਨਾ। ਕੋਟਨ ਕੋਟਵਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਹੈ। ਸਾਧ ਸੰਗਤ ਜੀ ਹੋਈਆਂ ਬੇਨਤ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਮ ਰਤਨ ਪਰਵਾਰ ਕਈਆਂ, ਸ਼ਬਦ ਗਾਵਣ ਆਈਆਂ। ਸੰਗਾਓ ਹਰੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਆਤਾ ਤੇਰਾ ਸਭ ਕੁਛ ਹੈ, ਜਿਸ ਦੇਵੇ ਸੋ ਪਾਏ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਏ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਪੁਕਾਰ ਸੁਨਾਈਆ। ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਦਿਸ਼ਾ ਸਭ ਪੁਜਾਈਆਂ। ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਸ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਸ ਘਰ ਤਾਰਿਆ। ਪੰਜ ਦੂਤ ਦੁੱਧ ਵਾਸੇ ਪੀਤੇ, ਕਾਲ ਕੰਟਕ ਮਾਰਿਆ। ਤੁਰ ਧਰਮ ਪਾਇਆ ਦੁਰਜਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈਸੋ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਰਬ ਸੂਰੇ। ਦੁਖ ਰੋਗ ਸੰਤਾਪ ਉਤਰੇ, ਗੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਹੁਣ ਤੇ ਪਲਿਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ ਸਲੂਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ। ਦਿਵਸ ਰਾਤ ਦੇ ਦਾਈ ਦਾਇਆ, ਖਿਲੇ ਸਰਬ ਜਗਤ।
ਚੰਗਿਆਈਆਂ ਬੁਰਿਆਈਆਂ ਵਤ ਕਰਮ ਦੂਰ ਕਰਮੀਆਂ ਹੋਇਆ ਆਪਣੀ ਕੇ ਨੇੜੇ ਤੇ ਦੂਰ ਇੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਸ਼ੁੱਧੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ